ਪੀਐਨਓ ਮੀਡੀਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ, ਮੈਂ ਸੁਖਨੈਬ ਸਿੰਘ ਸਿੱਧੂ ਹਫ਼ਤਾਵਾਰੀ ਪ੍ਰੋਗਰਾਮ ਦੇ ਨਾਲ ਹਾਜ਼ਰ ਹਾਂ, ਸ਼ਾਮਲ ਹਾਂ। ਔਰ ਸਾਡੀ ਮੌਜੂਦਗੀ ਤੁਹਾਡੇ ਸਾਥ ਦੇ ਨਾਲ ਹੈ, ਤੁਹਾਡੇ ਸਹਿਯੋਗ ਦੇ ਨਾਲ। ਜੇ ਤੁਸੀਂ ਗੱਲ ਨੂੰ ਪਸੰਦ ਕਰਦੇ ਹੋ ਤਾਂ ਸਾਡਾ ਵੀ ਜੀਅ ਕਰਦਾ ਹੈ ਕਿ ਕਿਸੇ ਨਾ ਕਿਸੇ ਐਸੀ ਸ਼ਖਸੀਅਤ ਨੂੰ ਤੁਹਾਡੇ ਨਾਲ ਲਿਆਈਏ ਜਿਹਦੇ ਕੋਲੇ ਬਹੁਤ ਸਾਰੀਆਂ ਪਰਤਾਂ ਹੋਣ, ਜਿਹੜੀਆਂ ਸਾਹਮਣੇ ਖੁੱਲਦੀਆਂ ਰਹਿਣ ਤਾਂ ਚੰਗਾ ਹੈ। ਤੇ ਹਰੇਕ ਹਫ਼ਤੇ ਖਾਸ ਕਰਕੇ ਸ਼ੁੱਕਰਵਾਰ ਵਾਲੇ ਦਿਨ ਅਸੀਂ ਯਤਨ ਕਰਦੇ ਹਾਂ ਰਣਜੀਤ ਸਿੰਘ ਕੁੱਕੀਗਿੱਲ, ਜਿਨ੍ਹਾਂ ਦਾ ਸਿੱਖ ਸੰਘਰਸ਼ ਦੇ ਵਿੱਚ ਵੀ ਵੱਡਾ ਨਾਂ ਹੈ ਔਰ ਉਹਨਾਂ ਦੀ ਵੱਡੀ ਪਹੁੰਚ ਹੈ ਬਹੁਤ ਸਾਰੇ ਮਸਲਿਆਂ ਦੇ ਉੱਤੇ। ਉਹਨਾਂ ਦਾ ਆਪਾਂ ਸਾਥ ਲੈਂਦੇ ਹਾਂ ਤੇ ਗੱਲਬਾਤ ਕਰਦੇ ਹਾਂ। ਅੱਜ ਵੀ ਗਿੱਲ ਸਾਹਿਬ ਨਾਲ ਆਪਾਂ ਜੁੜੇ ਹਾਂ ਤੇ ਗੱਲਬਾਤ ਕਰਾਂਗੇ ਪੰਜਾਬ ਦੇ ਕਈ ਮਸਲਿਆਂ ਦੀ, ਜਿਨ੍ਹਾਂ ਦੇ ਉੱਤੇ ਬਹੁਤ ਜ਼ਰੂਰੀ ਹੈ ਗੱਲਬਾਤ ਹੋਣੀ, ਕਿਉਂਕਿ ਕੁਝ ਲੋਕ ਗੱਲ ਤਾਂ ਕਰਦੇ ਨੇ ਪਰ ਆਪਣਾ ਆਪ ਬਚਾ ਕੇ ਕਰਦੇ ਨੇ, ਆਪਣਾ ਆਪ ਬਚਾ ਕੇ ਗੱਲਾਂ ਨਹੀਂ ਹੁੰਦੀਆਂ। ਤੇ ਗਿੱਲ ਸਾਹਿਬ ਦੇ ਨਾਲ ਸਾਂਝ ਪਾਉਣੇ ਆ। ਗਿੱਲ ਸਾਹਿਬ, ਸਵਾਗਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸੱਜਣੋ, ਤੁਸੀਂ ਕੋਈ ਸਵਾਲ ਹੋਇਆ ਸਾਨੂੰ ਲਿਖ ਕੇ ਭੇਜ ਸਕੋਗੇ, ਕਿਉਂਕਿ ਲਾਈਵ ਇਸ ਵਕਤ ਤੁਸੀਂ ਸੁਖਨੈਬ ਸਿੰਘ ਸਿੱਧੂ ਪੇਜ ਤੇ ਦੇਖ ਰਹੇ ਹੋ ਤੇ ਬਾਅਦ ਦੇ ਵਿੱਚ ਇਸ ਨੂੰ YouTube ਦੇ ਉੱਤੇ ਜਿਹੜਾ ਸਾਡਾ ਪੀਐਨਓ ਮੀਡੀਆ ਗਰੁੱਪ ਹੈ ਉੱਥੇ ਵੀ ਤੁਸੀਂ ਦੇਖ ਸਕੋਗੇ। ਗਿੱਲ ਸਾਹਿਬ, ਗੱਲ ਜੇ ਪੰਜਾਬ ਦੀ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਚੰਡੀਗੜ੍ਹ ਵਾਲਾ ਮਸਲਾ ਜਿਹੜਾ ਇਸ ਵਕਤ ਸਭ ਤੋਂ ਅਹਿਮ ਆ। ਸਰਕਾਰ ਨੇ ਜਿਹੜੇ ਤਰੀਕੇ ਦੇ ਨਾਲ ਉੱਥੇ ਘੇਸਲ ਵੱਟੀ ਹੈ ਜਾਂ ਦੂਜੀਆਂ ਧਿਰਾਂ ਨੇ ਉੱਥੇ ਚੁੱਪ ਕਰਕੇ ਸਮਾਂ ਲੰਘਾਉਣ ਵਾਲੀ ਗੱਲ ਕੀਤੀ ਹੈ। ਇੱਕ ਦੋ ਬੰਦੇ ਬੋਲੇ ਨੇ, ਸਾਰਿਆਂ ਦੀ ਸਾਜ਼ਿਸ਼ ਚੁੱਪ ਕੇ ਇਸ਼ਾਰੇ ਕਰਦੀ ਹੈ। ਬੇਸ਼ੱਕ ਅੱਜ ਸਦਨ ਵੀ ਸੱਦ ਲਿਆ ਗਿਆ ਹੈ। ਇੱਕ ਗੱਲ ਅਗਲੀ ਵੀ ਹੈ ਕਿ ਕੱਲ ਅਗਲਿਆਂ ਨੇ 4 PCS ਰਿਲੀਵ ਵੀ ਕਰਤੇ ਆ। ਜਿਹੜਾ ਚੰਡੀਗੜ੍ਹ ਦਾ ਮਸਲਾ ਨਾ, ਜਦੋਂ ਚੰਡੀਗੜ੍ਹ ਅਸਾਰੀ ਲਈ ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਨੇ ਇਨੀਸ਼ੀਏਟਿਵ ਲਿਆ ਸੀਗਾ ਕਿ ਪੰਜਾਬ ਤੋਂ, ਖਾਸ ਕਰਕੇ ਸਿੱਖਾਂ ਤੋਂ, ਉਹਨਾਂ ਦੀ ਰਾਜਧਾਨੀ ਲਾਹੌਰ ਖੁੱਸ ਗਈ ਸੀ, ਜਿਹੜੀ ਸਿੱਖ ਰਾਜ ਦਾ ਪ੍ਰਤੀਕ ਸੀ। ਇਕੱਲੀ ਸਿੱਖ ਰਾਜ ਦਾ ਹੀ ਨਹੀਂ ਸੀ, ਇੱਕ ਚੰਗੇ ਸਮਾਜ ਦੇ ਰਾਜ ਦਾ ਪ੍ਰਤੀਕ ਸੀਗਾ, ਜਿਹਦੇ ਵਿੱਚ ਹਰ ਵਰਗਾਂ ਦਾ ਸਹਿਯੋਗ ਸੀਗਾ, ਹਰ ਵਰਗਾਂ ਦਾ ਸਾਥ ਸੀਗਾ, ਜਿਹਨੂੰ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਬਾਖੂਬੀ ਨਿਭਾਇਆ ਤੇ ਅੱਜ ਵੀ ਦੁਨੀਆ 'ਚ ਉਹ ਨੰਬਰ 1 ਸ਼ਾਸਕ ਵਜੋਂ ਜਾਣੇ ਜਾਂਦੇ ਆ। ਸਹੀ। ਉਸ ਦੇ ਖੁੱਸਣ ਨਾਲ ਲਾਹੌਰ ਦੀ, ਉਹ ਵੀ ਇੱਕ ਆਪਣੇ ਆਪ 'ਚ ਗਾਥਾ ਵੀ ਫਿਰੋਜ਼ਪੁਰ ਲੈ ਕੇ ਪੰਡਿਤ ਨਹਿਰੂ ਹੁਣਾਂ ਨੇ ਲਾਹੌਰ ਪੰਜਾਬ ਦਾ ਦੇਤਾ। ਇਹ ਲਾਸਟ ਮੂਵਮੈਂਟ ਤੇ ਜਾ ਕੇ ਚੇਂਜਿਸ ਹੋਈਆਂ ਨੇ, ਕਿਉਂਕਿ ਇਹਨਾਂ ਨੂੰ ਭਲੀ ਭਾਂਤ ਪਤਾ ਸੀ ਵੀ ਜੇ ਲਾਹੌਰ ਰਹਿ ਗਿਆ ਤਾਂ ਸਿੱਖਾਂ ਨੂੰ ਆਪਣੇ ਰਾਜ ਦੀ ਨਿਸ਼ਾਨੀ ਦੀਂਦੀ ਰਹਿਣੀ ਆ। ਡਰ ਇਹਨਾਂ ਨੂੰ ਉਦੋਂ ਵੀ ਸੀ ਵੀ ਸਿੱਖਾਂ ਨੂੰ ਅਸੀਂ ਕਿਸੇ ਤਰ੍ਹਾਂ ਵੀ ਗੱਲਾਂ 'ਚ ਲਾ ਕੇ, ਕਮਜ਼ੋਰ ਲੀਡਰਸ਼ਿਪ ਸੀ ਉਦੋਂ ਸਿੱਖਾਂ ਦੀ, ਉਹਦੇ ਕਰਕੇ ਇਹਨਾਂ ਨੂੰ ਆਪਾਂ ਆਪਣੇ ਨਾਲ ਰਲਾ ਤਾਂ ਲਿਆ। ਪਰ ਜੇ ਇਹ ਲਾਹੌਰ ਰਿਹਾ ਤੇ ਇਹਦੀ ਮੰਗ ਉੱਠਦੀ ਰਹੂਗੀ। ਉਸ ਦੇ ਬਦਲ ਵਜੋਂ ਇਹਨਾਂ ਨੇ ਚੰਡੀਗੜ੍ਹ ਵਸਾਉਣਾ ਚਾਹਿਆ ਸੀ ਵੀ ਪੰਜਾਬ ਨੂੰ ਕੋਈ ਐਡਮਿਨਿਸਟ੍ਰੇਟਿਵ ਕੈਪੀਟਲ ਦੇਈਏ। ਉਹਦੇ ਲਈ ਇਹਨਾਂ ਨੇ ਅੰਮ੍ਰਿਤਸਰ ਵੀ ਦੇਖਿਆ, ਫਲੌਰ ਵੀ ਦੇਖਿਆ, ਲੁਧਿਆਣਾ ਵੀ ਦੇਖਿਆ, ਈਵਨ ਸ਼ਿਮਲਾ ਵੀ ਦੇਖਿਆ। ਉਸ ਤੋਂ ਬਾਅਦ ਇਹਨਾਂ ਨੇ ਕਰਨਾਲ ਤੇ ਅੰਬਾਲੇ ਦੀ ਵੀ ਕੋਸ਼ਿਸ਼ ਕੀਤੀ। ਅਲਟੀਮੇਟਲੀ ਇਹ ਚੰਡੀ ਮੰਦਿਰ ਦੇ ਨਾਲ ਜਿਹੜੀ ਲੱਗਦੀ ਪੰਜਾਬ ਵਾਲੇ ਪਾਸੇ ਦੀ ਜ਼ਮੀਨ ਸੀਗੀ ਪਿੰਡਾਂ ਦੀ, ਉਹ ਤਕਰੀਬਨ 58 ਪਿੰਡਾਂ ਦੀ ਜ਼ਮੀਨ ਸੀਗੀ। ਬਤਾਤ ਵਿੱਚ ਉੱਥੇ ਸਿੱਖ ਵਸੋਂ ਸੀਗੀ, ਕਿਸਾਨੀ ਨਾਲ ਜੁੜੀ ਹੋਈ ਜ਼ਮੀਨ ਸੀ। ਉਹ ਇਹਨਾਂ ਨੇ ਚੰਡੀਗੜ੍ਹ ਵਿੱਚ ਰਲਾ ਲਈ। ਉਹਦੀ ਅਸਾਰੀ 1950 'ਚ ਸ਼ੁਰੂ ਹੋਈ ਆ, 1960 'ਚ ਬਣਿਆ। ਪਰ ਉਦੋਂ ਕਿਉਂਕਿ ਅਣਵੰਡਿਆ ਪੰਜਾਬ ਸੀ, ਇਸ ਲਈ ਉਹ ਕੈਪੀਟਲ ਸੀ। ਉੱਥੇ ਵਿਧਾਨ ਸਭਾ ਬਣੀ, ਉੱਥੇ ਹਾਈ ਕੋਰਟ ਬਣੀ, ਬਾਕੀ ਬਿਲਡਿੰਗਸ ਜਿਹੜੀਆਂ ਐਡਮਿਨਿਸਟ੍ਰੇਟਿਵ ਸੀ ਉੱਥੇ ਬਣਾਈਆਂ ਗਈਆਂ। ਬਾਹਰੋਂ ਇਹਨਾਂ ਨੇ ਆਰਕੀਟੈਕਟ ਹਾਇਰ ਕੀਤਾ ਸੀ, ਡਾਕਟਰ MS ਰੰਧਾਵਾ, ਜਿਹੜੇ ਵਾਈਸ ਚਾਂਸਲਰ ਵੀ ਰਹੇ ਆ, PAU ਦੇ ਕਮਿਸ਼ਨਰ ਵੀ ਰਹੇ ਆ ਪਹਿਲੇ ਚੰਡੀਗੜ੍ਹ ਦੇ। ਉਹਨਾਂ ਦੀ ਰਹਿਨਮਾਈ ਦੇ ਵਿੱਚ ਸਾਰਾ ਚੰਡੀਗੜ੍ਹ ਸਾਰਿਆ ਗਿਆ ਸੀ। 1966 ਵਿੱਚ ਜਦੋਂ ਪੰਜਾਬੀ ਸੂਬਾ ਬਣਿਆ, ਹੋਣ ਵਾਲਾ ਪੰਜਾਬ ਬਣਿਆ, ਉਦੋਂ ਇੰਦਰਾ ਗਾਂਧੀ ਨੇ ਉਸ ਤੋਂ ਪਹਿਲਾਂ ਕਿਹਾ ਸੀ ਕਿ ਚੰਡੀਗੜ੍ਹ ਪੰਜਾਬ ਵੱਲ ਜਾਂਦਾ, ਕਿਉਂਕਿ ਜਿੰਨੀਆਂ ਵੀ ਸਟੇਟਸ ਰੀਆਰਗਨਾਈਜ਼ ਹੋਈਆਂ ਇੰਡੀਆ ਵਿੱਚ, ਜਿਹੜੀ ਪੇਰੈਂਟ ਸਟੇਟ ਸੀਗੀ ਕੈਪੀਟਲ ਉਸੇ ਕੋਲੇ ਗਈ ਆ। ਸਿਰਫ ਪੰਜਾਬ ਹੀ ਇੱਕ ਇੱਦਾਂ ਦਾ ਪ੍ਰੋਵਿੰਸ ਸੀਗਾ ਕਿ ਜਿਹਨੂੰ ਪੰਜਾਬ ਅੱਡ ਤਾਂ ਕਰਤਾ ਪਰ ਉਹਦੀ ਕੈਪੀਟਲ ਉਹਨੂੰ ਦਿੱਤੀ ਨਹੀਂ ਗਈ, ਉਹਨੂੰ ਯੂਨੀਅਨ ਟੈਰੀਟਰੀ ਬਣਾ ਲਿਆ। ਇਹ ਤਾਂ ਹੈਗਾ ਇਹਦਾ ਇਤਿਹਾਸ। ਰੀਆਰਗਨਾਈਜੇਸ਼ਨ ਜਿਹੜਾ ਐਕਟ ਵੀ ਬਣਿਆ 1966 'ਚ, ਉਹਦੇ 'ਚ ਵੀ ਇਹਨਾਂ ਨੇ ਕਿਹਾ ਵੀ ਤੁਹਾਨੂੰ ਬਾਅਦ 'ਚ ਇਸ ਮੁੱਦੇ ਤੇ ਵਿਚਾਰ ਕਰਾਂਗੇ। ਜਿਹੜੀ ਪੰਜਾਬੀ ਸੂਬੇ ਨੂੰ ਧਿਰ ਲੀਡ ਕਰ ਰਹੀ ਸੀ ਸ਼੍ਰੋਮਣੀ ਅਕਾਲੀ ਦਲ, ਉਹਨਾਂ ਨੇ ਪੰਜਾਬੀ ਸੂਬੇ ਦੀ ਮੰਗ ਐਂ ਬਣ ਗਈ ਸੀ ਵੀ ਸਿੱਖ ਹੀ ਸਿਰਫ ਪੰਜਾਬੀ ਸੂਬਾ ਮੰਗ ਰਿਹਾ, ਬਾਕੀ ਵਰਗ ਜਿਹੜੇ ਉਹ ਇਹਦੇ ਖਿਲਾਫ ਨੇ। ਖਾਸ ਕਰਕੇ ਜਿਹੜਾ ਜਲੰਧਰ ਦਾ ਗਰੁੱਪ ਸੀਗਾ ਹਿੰਦ ਪੰਜਾਬ ਕੇਸਰੀ ਵਾਲਾ,
ਇਹਨਾਂ ਨੇ ਵੇਹਮੈਂਟਲੀ ਜਨ ਸੰਘ ਨਾਲ ਰਲ ਕੇ ਇਹਦਾ ਅਪੋਜ਼ ਕੀਤਾ ਸੀ ਵੀ ਪੰਜਾਬੀ ਸੂਬਾ ਨਹੀਂ ਬਣਨਾ ਚਾਹੀਦਾ। ਇਹਨਾਂ ਦਾ ਹਿੰਦ ਸਮਾਚਾਰ ਵਾਲਿਆਂ ਦਾ ਜਿਹੜਾ ਸਟੈਂਡ ਆ ਉਹ ਹਮੇਸ਼ਾ ਹੀ ਪੰਜਾਬ ਵਿਰੁੱਧ ਵੀ ਰਿਹਾ, ਆਪਾਂ ਕਹਿ ਸਕਦੇ ਹਾਂ। ਹਮੇਸ਼ਾ ਪੰਜਾਬ ਵਿਰੋਧੀ ਰਹੇ ਆ, ਸਿੱਖ ਵਿਰੋਧੀ ਰਹੇ ਆ। ਜਿਹੜਾ 1984 ਦਾ ਸਟਰਗਲ ਵੀ ਸੀ, ਇਹ ਉਹਨੂੰ ਜਸਟੀਫਾਈ ਕਰਦੇ ਰਹੇ ਸਰਕਾਰ ਦੀਆਂ ਨੀਤੀਆਂ। ਜਿਸ ਤਰ੍ਹਾਂ ਸਰਕਾਰ ਨੇ ਸਿੱਖ ਨੌਜਵਾਨੀ ਕੁਚਲੀ, ਦਬਾਈ, ਟੋਟੇ ਟੋਟੇ ਕੀਤੀ, ਉਹਦੇ ਵੀ ਇਹਨਾਂ ਦਾ ਬਹੁਤ ਵੱਡਾ ਸਾਥ ਰਿਹਾ। ਇਹਨਾਂ ਨੇ ਸੈਕਟੇਰੀਅਨ ਜਿਹੜਾ ਐਂਗਲ ਪੰਜਾਬ 'ਚ ਬਣਿਆ, ਉਹ ਇਟ ਇਜ਼ ਓਨਲੀ ਬਿਕੋਜ਼ ਆਫ ਜਨਸੰਘ, ਜਿਹੜੀ ਬਾਅਦ ਭਾਰਤੀ ਜਨਤਾ ਪਾਰਟੀ ਬਣੀ, ਅਤੇ ਪੰਜਾਬ ਕੇਸਰੀ ਗਰੁੱਪ। ਇਸ ਕਰਕੇ ਚੰਡੀਗੜ੍ਹ ਦਾ ਹੱਲ ਹੋਇਆ ਨਹੀਂ 1966 'ਚ। ਸਿੱਖ ਲੀਡਰਸ਼ਿਪ ਨੇ ਵੀ ਦੂਰ ਅੰਦੇਸ਼ੀ ਤੋਂ ਕੰਮ ਨਹੀਂ ਲਿਆ। ਉਹਨਾਂ ਨੇ ਪੰਜਾਬੀ ਸੂਬਾ ਅੱਧਾ ਕਜੱਦਾ ਲੈ ਲਿਆ ਤੇ ਚੰਡੀਗੜ੍ਹ ਬਾਰੇ ਉਹ ਚੁੱਪ ਵੱਟ ਗਏ, ਕਿਉਂਕਿ ਉਹਨਾਂ ਨੇ ਸਰਕਾਰ ਬਣਾਉਣੀ ਸੀ ਜਨਸੰਘ ਨਾਲ ਰਲ ਕੇ। ਇਹ ਉਹਨਾਂ ਦਾ ਮੇਨ ਮਕਸਦ ਹੀ ਸਦਾ ਰਾਜਨੀਤੀ ਤਾਂ ਕੀਤੀ ਕਿ ਸਿਰਫ ਰਾਜ ਲੈਣਾ ਜੀ। ਇਸ ਕਰਕੇ ਚੰਡੀਗੜ੍ਹ, ਆਪਾਂ ਚੰਡੀਗੜ੍ਹ ਦੀ ਵੀ ਗੱਲ ਨਾਲ ਨਾਲ ਛੇੜੀ ਰੱਖੀਏ ਤੇ ਨਾਲ ਜਿਹੜਾ ਹੈ ਜੀ, ਇਹਦੇ ਤੇ ਸਮੇਂ-ਸਮੇਂ ਦੇ ਉੱਤੇ ਜਿਹੜੀ ਕੇਂਦਰ ਸਰਕਾਰ ਆ ਉਹ ਕਾਬਜ਼ ਹੋਣ ਦੇ ਵਾਸਤੇ ਯਤਨਸ਼ੀਲ ਰਹੀ। ਅਨੰਦਪੁਰ ਦੇ ਮਤੇ ਦੇ ਵਿੱਚ ਵੀ ਚੰਡੀਗੜ੍ਹ ਹੁੰਦਾ ਸੀ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸੀ। ਬਰਨਾਲਾ ਸਾਹਿਬ ਦੀ ਸਰਕਾਰ ਦੇ ਵੇਲੇ ਐਲਾਨ ਵੀ ਕਰਤਾ ਸੀ ਕਿ ਪੰਜਾਬ ਨੂੰ ਦਿੱਤਾ ਜਾਊਗਾ ਇੱਕ ਦਿਨ ਪਹਿਲਾਂ, ਜਾਂ ਆਪਾਂ ਕਹ ਲਈਏ ਕਿ ਘੰਟਿਆਂ ਦੇ ਹਿਸਾਬ ਦੇ ਨਾਲ ਹੀ ਉਹ ਸਾਰੀ ਗੱਲ ਨੂੰ ਸਰਕਾਰ ਨੇ ਫਿਰ ਪਾਸੇ ਰੱਖਤਾ। ਇਹਦੇ ਕਾਰਨ ਕੀ ਰਹੇ? ਬੇਸਿਕਲੀ ਤਾਂ ਉਹ ਜਿਹੜੀ ਮੰਗ ਬਣੀ ਨਾ ਚੰਡੀਗੜ੍ਹ ਦੀ ਜੀ, ਇਹ ਇੱਕ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਜਿਵੇਂ ਪ੍ਰੈਜ਼ੈਂਟ ਕੀਤੀ, ਇਹਨੂੰ ਇੱਕ ਸਿੱਖ ਡਿਮਾਂਡ ਹੀ ਕਹਿਤਾ, ਜਦ ਕਿ ਹੋਣੀ ਇਹ ਪੰਜਾਬੀਆਂ ਦੀ ਡਿਮਾਂਡ ਚਾਹੀਦੀ ਸੀ। ਹਰ ਇੱਕ ਪੰਜਾਬੀ ਨੂੰ ਆਪਣੀ ਐਡਮਿਨਿਸਟ੍ਰੇਟਿਵ ਕੈਪੀਟਲ ਚਾਹੀਦੀ ਆ, ਪਰ ਸਮਹਾਉ ਡਿਊ ਟੂ ਦੇਅਰ ਨੈਰੋ ਪੋਲੀਟੀਕਲ ਐਂਗਲਸ ਅਕਾਲੀ ਦਲ ਨੇ ਇਸ ਨੂੰ ਸਿੱਖ ਐਂਗਲ ਵਜੋਂ ਹੀ ਪ੍ਰੈਜ਼ੈਂਟ ਕੀਤਾ। ਤੇ ਜਿੰਨੀਆਂ ਵੀ ਦਿੱਲੀ ਦਰਬਾਰ ਦੀਆਂ ਸਰਕਾਰਾਂ ਆਈਆਂ ਨੇ, ਉਹ ਕਦੀ ਵੀ ਨਹੀਂ ਚਾਹੁੰਦੀਆਂ ਕਿ ਸਿੱਖਾਂ ਦੀ ਕੋਈ ਮੰਗ ਮੰਨੀ ਜਾਵੇ। ਲਮਕਾਉਣਾ ਚਾਹੁੰਦੀਆਂ ਨੇ। ਜਦੋਂ ਲਾਂਗੋਵਾਲ ਰਾਜੀਵ ਅਕੋਰਡ ਹੋਇਆ 1985 'ਚ, ਆਫਟਰ ਦਾ ਅਟੈਕ ਔਨ ਦਰਬਾਰ ਸਾਹਿਬ, ਉਦੋਂ ਇਹ ਮੰਗ ਮੰਨ ਲਈ ਗਈ ਸੀ ਵੀ ਅਸੀਂ, ਰਾਜੀਵ ਗਾਂਧੀ ਨੇ ਕਮਿਟ ਕੀਤਾ ਸੀ ਕਿ ਅਸੀਂ ਚੰਡੀਗੜ੍ਹ ਵਾਪਸ ਕਰ ਦਾਂਗੇ ਪੰਜਾਬ। ਪਰ ਲਾਸਟ ਮੂਮੈਂਟ ਤੇ ਉਹ ਦਿੱਤਾ ਨਹੀਂ ਗਿਆ, ਕਿਉਂਕਿ ਉਹਨਾਂ ਦੀ ਮਨਸ਼ਾ ਪਹਿਲੀ ਸੀ ਵੀ ਇਹ ਕੰਮ ਦੇਣਾ ਨਹੀਂ, ਇਹ ਆਪਣੇ ਅਧਿਕਾਰ ਥੱਲੇ ਰੱਖਣਾ ਜੀ। ਇਹ ਪਹਿਲੇ ਸੀਗੀ ਇਨਡਾਇਰੈਕਟ ਕੰਟਰੋਲ ਰਿਹਾ ਚੰਡੀਗੜ੍ਹ ਤੇ। ਹੁਣ ਜਦੋਂ ਦੀ ਨਰਿੰਦਰ ਮੋਦੀ ਦੀ ਸਰਕਾਰ ਆਈ ਆ, ਭਾਰਤੀ ਜਨਤਾ ਪਾਰਟੀ ਫੁੱਲ ਮੈਜੋਰਟੀ ਨਾਲ ਇੰਡੀਆ ਨੂੰ ਲੀਡ ਕਰ ਰਹੀ ਆ, ਉਹ ਕਿਉਂਕਿ ਦੇ ਆਰ ਅਗੇਂਸਟ ਫੈਡਰਲ ਸਟਰਕਚਰ, ਉਹ ਸੈਂਟਰਲਾਈਜ਼ਡ ਪਾਵਰ ਦੇ ਮਦਈ ਨੇ, ਤੇ ਖੁੱਲ੍ਹ ਕੇ ਕਹਿੰਦੇ ਨੇ ਵੀ ਅਸੀਂ ਸਟਰੋਂਗ ਸੈਂਟਰ ਬਣਾਉਣਾ ਜਿਹਦਾ ਟੋਟਲ ਕੰਟਰੋਲ ਹੋਵੇ ਸੂਬਿਆਂ 'ਤੇ। ਉਸ ਤਹਿਤ ਹੁਣ ਇਹਨਾਂ ਨੇ ਡਾਇਰੈਕਟ ਸਟੈਪਸ ਚੱਕੇ ਨੇ। ਪਹਿਲੇ ਜਿਹੜੇ ਪੰਜਾਬ ਕੈਡਰ ਦੇ ਆਫਿਸਰ ਸੀ ਉਹ ਵਾਪਸ ਭੇਜੇ ਨੇ, ਬਾਕੀ ਐਡਮਿਨਿਸਟ੍ਰੇਟਿਵ ਚੇਂਜਿਸ ਕੀਤੀਆਂ ਨੇ। ਪੁਲਿਸ ਚੀਫ ਅਰੁਣਾਚਲ ਪ੍ਰਦੇਸ਼ ਤੋਂ ਲਿਆਂਦਾ, ਜਦ ਕਿ ਪਹਿਲੇ ਪੰਜਾਬ ਦਾ ਪੁਲਿਸ ਚੀਫ ਲੱਗਦਾ ਸੀਗਾ। ਹੋਰ ਜਿਹੜੀਆਂ ਐਡਮਿਨਿਸਟ੍ਰੇਟਿਵ ਜਿਹੜੀਆਂ ਮੇਨ ਜੌਬ ਸੀਗੀਆਂ, ਚੀਫ ਸੈਕਟਰੀ ਜਾਂ ਹੋਮ ਸੈਕਟਰੀ, ਪੰਜਾਬ 'ਚੋਂ ਜਾਂਦੇ ਸੀ। ਹੁਣ ਦੇ ਹੈਵ ਆਲ ਬੀਨ ਰਿਪਲੇਸਡ। ਉਹਦੀ ਥਾਂ ਤੇ ਦੂਜਾ ਕੈਡਰ ਲਿਆਂਦਾ ਇਹਨਾਂ ਨੇ, ਦਾਨਿਸ਼ ਕੈਡਰ ਲਿਆਂਦਾ, ਜਾਂ ਬਾਕੀ ਜਿਹੜੀਆਂ ਯੂਨੀਅਨ ਟੈਰੀਟਰੀਜ਼ ਨੇ ਉਸ ਕੈਡਰ ਦੇ ਬੰਦੇ ਲਿਆਂਦੇ, ਦੂਜੀ ਸਟੇਟਸ 'ਚੋਂ ਬੰਦੇ ਲਿਆਂਦੇ ਜੀ। ਇਹ ਡਾਇਰੈਕਟ ਜਿਹੜਾ ਹੁਣ ਫਿਰ ਇਹਨਾਂ ਨੇ ਜਿਹੜੇ ਸਰਵਿਸ ਰੂਲ ਸੀਗੇ, ਜਿਹੜੇ ਹੁਣ ਤੱਕ ਪੰਜਾਬ ਦੇ ਸਰਵਿਸ ਰੂਲਸ ਚੰਡੀਗੜ੍ਹ 'ਚ ਲਾਗੂ ਸੀਗੇ, ਉਹ ਇਹਨਾਂ ਨੇ ਸ਼ਿਫਟ ਕਰਕੇ ਹੁਣ ਸੈਂਟਰਲ ਰੂਲਸ ਵਿੱਚ ਲਿਆ। ਇਹ ਲਾਸਟ ਸਟ੍ਰॉ ਸੀਗਾ ਜੀ। ਬਦਕਿਸਮਤੀ ਇਹ ਆ ਕਿ ਜਿਹੜੀ ਹਵਾ ਚੱਲੀ ਆ ਹੁਣ ਪੰਜਾਬ 'ਚ, ਸੋਚਿਆ ਤਾਂ ਇਹ ਸੀਗਾ ਕਿ ਸਭ ਕੁਝ ਜਿਹੜਾ ਅਸੀਂ ਹੱਸਦਾ ਵਸਦਾ ਪੰਜਾਬ ਰੱਖਣਾ ਚਾਹੁੰਦੇ ਹਾਂ, ਪਰ ਉਹ ਹਵਾ ਇੱਦਾਂ ਦੀ ਚੱਲੀ ਕਿ ਉਹ ਸਭ ਕੁਝ ਹੀ ਆਪਣਾ ਜਿਹੜਾ ਹੱਕ ਵੀ ਸਭ ਕੁਝ ਸਮੇਟ ਕੇ ਲੈ ਗਈ। ਤੇ ਦਿੱਲੀ ਦਰਬਾਰ ਪੰਜਾਬ ਤੇ ਤਾਂ ਕਾਬਜ਼ ਹੋਈ ਆ, ਇੱਥੋਂ ਤੱਕ ਕਿ ਜਿਹੜੇ ਆਪਣੇ ਹੱਕਾਂ ਪ੍ਰਤੀ ਵੀ ਜਿਹੜੇ ਚੁਣ ਕੇ ਨੁਮਾਇੰਦੇ ਗਏ ਨੇ, ਉਹਨਾਂ ਨੂੰ ਇਸ ਬਾਰੇ ਵਾਕਫੀ ਹੈ ਨਹੀਂ ਕਿ ਚੰਡੀਗੜ੍ਹ ਦੇ ਮੁੱਦੇ ਤੇ ਅਸੀਂ ਕੀ ਬੋਲਣਾ। ਬਿਲਕੁਲ ਸਹੀ ਗੱਲ। ਪਰ ਹੁਣ ਜਿਵੇਂ ਸਰਕਾਰ ਨੇ ਆਪਣੇ ਵੱਲੋਂ ਯਤਨ ਆਰੰਭੇ ਨੇ, ਅੱਜ ਸੈਸ਼ਨ ਸੱਦਿਆ ਜਾਣਾ, ਉਹਦੇ 'ਚ ਪਤਾ ਨਹੀਂ ਕੀ ਹੋਊਗਾ। ਇੱਕ ਤਾਂ ਹੈ ਕਿ ਮਤਾ ਪੈ ਜਾਊ, ਚਲੋ ਸਰਬਸੰਮਤੀ ਨਾਲ ਪੈ ਸਕਦਾ। ਤੇ ਗਿੱਲ ਸਾਹਿਬ, ਹੁਣ ਕੀ ਹੋ ਸਕਦਾ, ਕਿਹੋ ਜਿਹੀਆਂ ਚਾਰਾਜੋਈਆਂ ਹੋ ਸਕਦੀਆਂ? ਉਹ ਕਹਿੰਦੇ ਹੁੰਦੇ ਕਿ ਆਪਸ ਦਾ ਕਿਆ ਬਣੇ, ਜਦ ਚਿੜੀਆ ਚੋਗੀ ਖੇਤ। ਕੁਛ ਬਚਿਆ ਚੰਡੀਗੜ੍ਹ ਵਰਗੇ ਖੇਤ 'ਚ? ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਆ ਨਾ, ਇਹਦੇ 'ਚ ਤਾਂ ਹੁਣ ਇਹ ਮਤਾ ਜਿੰਨਾ ਮਰਜ਼ੀ ਪਾ ਲੈਣ,
ਪਰ ਇਟ ਵਿਲ ਨੈਵਰ ਬੀ ਇੰਪਲੀਮੈਂਟਡ। ਹੂੰ ਜਦੋਂ ਇਹ ਐਲਾਨ ਹੋਇਆ ਉਦੋਂ ਫਾਈਨੈਂਸ ਮਿਨਿਸਟਰ ਪੰਜਾਬ ਦੇ ਬੜੇ ਦਾਅਵੇ ਨਾਲ ਕਹਿ ਰਹੇ ਸੀ ਕਿ ਅਸੀਂ ਸੜਕਾਂ ਤੇ ਆ ਜਾਵਾਂਗੇ, ਅਸੀਂ ਮਜਬੂਰ ਕਰ ਦਾਂਗੇ ਸਰਕਾਰ ਨੂੰ। ਨਾ ਤਾਂ ਕੋਈ ਸੜਕਾਂ ਤੇ ਆਇਆ, ਨਾ ਇਹਨਾਂ ਨੇ ਕੋਈ ਉਪਰਾਲਾ ਕੀਤਾ ਕਿਸੇ ਜ਼ੋਰਦਾਰ ਢੰਗ ਨਾਲ ਅਸੀਂ ਆਪਣਾ ਕੇਸ ਪ੍ਰੈਜ਼ੈਂਟ ਕਰੀਏ, ਆਪਣਾ ਵਿਦਰੋਹ ਦਿਖਾਈਏ ਕਿ ਸਮੁੱਚੇ ਪੰਜਾਬ ਦਾ ਵਿਦਰੋਹ ਆ। ਨਾ ਇਹ ਕੋਈ ਇਕੱਲੀ ਸਿੱਖਾਂ ਦੀ ਮੰਗ ਆ, ਨਾ ਇਹ ਕਿਸੇ ਕੋਈ ਖਾਸ ਤਬਕੇ ਦੀ ਮੰਗ ਆ, ਇਹ ਪੰਜਾਬ ਦੀ ਮੰਗ ਆ। ਐਂਡ ਵੀ ਨੀਡ ਏ ਐਡਮਿਨਿਸਟ੍ਰੇਟਿਵ ਕੈਪੀਟਲ ਐਂਡ ਦੈਟ ਸ਼ੁੱਡ ਬੀ ਡਨ। ਜੀ ਇਹਨਾਂ ਨੇ ਸੈਸ਼ਨ ਜ਼ਰੂਰ ਸੱਦ ਲਿਆ, ਇਹਦੇ 'ਚ ਰਵਾਇਤੀ ਮਤਾ ਪਊਗਾ, ਗਵਰਨਰ ਨੂੰ ਸਮਿਟ ਕਰ ਦੇਣਗੇ ਐਂਡ ਉਹ ਹੁੰਦਾ ਵੀ ਐਸ਼ਿਸ ਟੂ ਦਾ ਡਸਟ। ਦੈਟਸ ਵਾਟ ਇਟਸ ਗੋਇੰ ਟੂ ਹੈਪਨ। ਕੱਲ੍ਹ ਮੈਂ ਦੇਖ ਰਿਹਾ ਸੀ ਕਿ TV ਰਿਪੋਰਟਰਸ ਪੁੱਛ ਰਹੇ ਸੀ MLA ਫਰੋਮ ਉਹ ਜਲਾਲਾਬਾਦ ਵਾਲੇ ਨੂੰ ਵੀ ਚੰਡੀਗੜ੍ਹ ਬਾਰੇ ਕੀ ਤੁਹਾਡਾ ਵਿਚਾਰ ਆ, ਕੀ ਕਰਨਾ, ਕੀ ਕਰੋਗੇ ਤੁਸੀਂ। ਉਹਨੇ 2 ਵਾਰੀ ਪੁੱਛਿਆ ਉਹਨੂੰ ਵੀ ਮੈਨੂੰ ਦੁਬਾਰਾ ਕੁਐਸਚਨ ਦੱਸ। ਉਸ ਤੋਂ ਬਾਅਦ ਹੀ ਹੈਜ਼ ਨੋ ਆਨਸਰ। ਬਿਲਕੁਲ ਚੁੱਪੀ ਛਾ ਗਈ ਸੀ। ਇਹਨਾਂ ਦੇ ਆਪ ਦੇ ਜਿਹੜੇ ਚੁਣ ਕੇ ਨੁਮਾਇੰਦੇ ਗਏ ਨੇ, ਇਹ ਇੱਕ ਦੂਜੇ ਵਿੱਚ ਵੀ ਆਪਸ 'ਚ ਗੱਲ ਕਰਨ ਤੋਂ ਡਰਦੇ ਆ ਵੀ ਜਾ ਕੇ ਕੋਈ ਰਾਘਵ ਚੱਡੇ ਹੁਣਾਂ ਨੂੰ ਦੱਸਦੇ ਵੀ ਸਾਡੇ 'ਚੋਂ ਕੋਈ ਗੱਲ ਉਲਟ ਜਾ ਰਹੀ ਆ। ਆ ਇਹਨਾਂ ਦਾ ਸਿਨੈਰੀਓ ਆ। ਤੇ ਜਿਵੇਂ ਇਹ ਰਾਜਨੀਤੀ ਤਾਂ ਲੰਮੇ ਟਾਈਮ ਤੋਂ ਚੱਲੀ ਹੈ ਇਸ ਪਾਰਟੀ 'ਚ, ਔਰ ਦੱਸਦੇ ਵੀ ਰਹੇ ਨੇ। ਮਤਲਬ ਬਣੀ ਤਾਂ ਇਹ ਪਾਰਟੀ ਸਵਰਾਜ ਤੇ ਸੀ ਵੀ ਬਹੁਤ ਇੰਟਰਨਲ ਡੈਮੋਕ੍ਰੇਸੀ ਹੋਊਗੀ, ਪਰ ਇਹਨਾਂ ਨੇ ਇਲੈਕਟੋਰਲ ਡੈਮੋਕ੍ਰੇਸੀ ਦਾ ਫਾਇਦਾ ਲੈ ਕੇ ਸੋਸ਼ਲ ਡੈਮੋਕ੍ਰੇਸੀ ਖਤਮ ਕੀਤੀ ਆ। ਤੇ ਸਦਾ ਵਾਂਗ ਆਪਣੀ ਰੁਚੀ ਰੱਖਦੇ ਹੋਏ, ਜਿਵੇਂ ਟੈਕਨੋ ਮੈਨੇਜਰੀਅਲ ਸਟਾਫ ਹੈਗਾ, ਇਹਨਾਂ ਨੇ ਡਿਕਟੇਟਰਸ਼ਿਪ ਨੂੰ ਐਸਟੈਬਲਿਸ਼ ਕੀਤਾ ਪੂਰਨ ਰੂਪ ਵਿੱਚ। ਜਦੋਂ ਤਾਂ ਭਗਵੰਤ ਮਾਨ ਚੀਫ ਮਿਨਿਸਟਰ ਪੰਜਾਬ ਇਹ ਕਹਿੰਦਾ ਜਿਸ ਤਰ੍ਹਾਂ ਜੀ ਵਰਦੀਆਂ ਨਹੀਂ ਸਕੂਲ ਵਾਲਿਆਂ ਤੋਂ ਬਦਲ ਦੇਣੀਆਂ, ਅਸੀਂ ਜਿਹੜੀਆਂ ਫੀਸਾਂ 'ਤੇ ਰੋਕਾਂ ਲਾ ਦੇਣੀਆਂ, ਤਾਂ ਜਾਂ ਕਹਿੰਦੇ ਉਦੋਂ ਤਾਂ ਫਟਾਫਟ ਜਿਹੜਾ ਇਹਨਾਂ ਦਾ ਸੁਪਰੀਮੋ ਆ ਉਹਨੂੰ ਬਿਆਨ ਨੂੰ ਬੈਕਅਪ ਕਰਦਾ, ਸ਼ਾਬਾਸ਼ ਦਿੰਦਾ। ਜਦੋਂ ਚੰਡੀਗੜ੍ਹ ਦਾ ਮੁੱਦਾ ਆਇਆ ਹੀ ਗੇਵ ਨੋ ਸਟੇਟਮੈਂਟ। ਦੈਟ ਸ਼ੋਜ਼ ਦੇਅਰ ਮਾਈਂਡ ਸੈਟ। ਦਿੱਲੀ ਦਰਬਾਰ ਤਾਂ ਦਿੱਲੀ ਦਰਬਾਰ ਹੀ ਹੈ। ਪੰਜਾਬ ਨੂੰ ਸਮਝ ਲੈਣਾ ਚਾਹੀਦਾ, ਪਾਰਟੀ ਅੱਡ ਹੋ ਸਕਦੀ ਆ, ਸੋਚ ਨਹੀਂ ਉਹਨਾਂ ਦੀ ਅੱਡ। ਗਿੱਲ ਸਾਹਿਬ, ਫਿਰ ਸਮੱਸਿਆ ਆ ਜਾਂਦੀ ਹੈ ਕਿ ਫਿਰ ਪੰਜਾਬ ਦੇ ਭਲੇ ਦੇ ਵਾਸਤੇ ਉੱਠੇ ਤਾਂ ਉੱਠੇ ਕੌਣ? ਨਹੀਂ, ਚੰਗਿਆੜੀ ਤਾਂ ਉੱਠਦੀ ਆ, ਲੋਕਾਂ ਦੇ ਮਨਾਂ 'ਚ ਚੀਸ ਹੈਗੀ ਆ, ਪਰ ਇਹ ਦੁੱਖ ਦੀ ਗੱਲ ਹੈ ਕਿ ਚੀਸ ਇਕੱਲੀ ਸਿੱਖਾਂ 'ਚ ਹੀ ਰਟਕਦੀ ਆ, ਉਹ ਵੀ ਬਹੁਤ ਛੋਟੇ ਤਬਕੇ 'ਚ। ਜੀ ਬਹੁਤੇ ਲੋਕੀ ਮੂਵ ਔਨ ਕਰ ਗਏ, ਘੈਂਸ ਘੈਂਸ ਸੁਣਦੇ ਆਏ ਵੀ ਅੱਜ ਠੀਕ ਹੋ ਜੂ, ਕੱਲ੍ਹ ਠੀਕ ਹੋ ਜੂ, ਦੈਨ ਅਲਟੀਮੇਟਲੀ ਦੇ ਗੇਵ ਅਪ। ਹੁਣ ਲੋਕਾਂ ਵਿੱਚ ਇੱਥੇ ਕੋਈ ਪ੍ਰੋਟੈਸਟ ਨਹੀਂ ਹੋਇਆ, ਕੁਛ ਨਹੀਂ ਹੋਇਆ ਕਿ ਚੰਡੀਗੜ੍ਹ ਦੀਆਂ ਐਡਮਿਨਿਸਟ੍ਰੇਟਿਵ ਚੇਂਜਿਸ ਹੋ ਰਹੀਆਂ ਨੇ ਜਾਂ ਕੁਛ ਹੋ ਰਹੀਆਂ। ਕੋਈ ਤੁਸੀਂ ਦੱਸ ਦਿਓ ਕਿਤੇ ਪੰਜਾਬ 'ਚ ਕਿਤੇ ਵੀ ਕੋਈ ਮੈਮੋਰੈਂਡਮ ਜਾਂ ਕਿਸੇ ਸਿਵਲ ਸੁਸਾਇਟੀ ਜਾਂ ਕਿਸੇ ਐਕਟਿਵਿਸਟ ਨੇ ਅਦਰ ਦੈਨ ਦਾ ਪੋਲੀਟੀਕਲ ਪਾਰਟੀਜ਼ ਉਹਨਾਂ ਨੇ ਕੋਈ ਸਵਾਲ ਉਠਾਇਆ? ਫਿਰ ਉਮੀਦ ਕਿਤੋਂ ਕਰੀਏ ਜੀ? ਕੀ ਹੋ ਸਕਦਾ ਹੈ, ਕਿੱਧਰ ਨੂੰ ਜਾਊ ਗੱਲ? ਮੈਂ ਤਾਂ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਆਸ ਉਮੀਦ ਦੀ ਉਮਰ ਗੁਜ਼ਾਰੀ, ਕੋਈ ਨਾ ਕੋਈ ਰਾਹ ਲੱਭੂਗਾ। ਸਿੱਖਾਂ ਨੂੰ ਅੱਜ ਪੋਲੀਟੀਕਲ ਜਮਾਤ ਦੀ ਲੋੜ ਆ, ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਹੁੰਦੀ ਸੀ, ਜਿਹੜੀ ਇੱਕ ਪਰਿਵਾਰਕ ਸੋਚ ਕਰਕੇ ਅੱਜ ਤਹਿਸ ਨਹਿਸ ਹੋਈ ਖੜੀ ਆ। ਉਹਦੇ ਕਰਕੇ ਸਿੱਖ ਜਾਂ ਜਿਨ੍ਹਾਂ ਨੇ ਇਸ ਬਾਰੇ ਮੋਰਚੇ ਲਾਏ ਸੀ, ਚੰਡੀਗੜ੍ਹ ਬਾਰੇ ਜਿਨ੍ਹਾਂ ਨੇ ਅਗਵਾਈ ਦਿੱਤੀ ਸੀ, ਉਹ ਅਗਵਾਈ ਗਵਾਚ ਗਈ। ਇਸ ਲਈ ਕੰਮ ਖਿਲ ਰਿਹਾ ਹੋਇਆ ਫਿਲਹਾਲ, ਪਰ ਲੈਟਸ ਹੋਪ ਫॉर ਦੀ ਬੈਸਟ। ਦੂਸਰਾ ਜਿਹੜਾ ਚੈਪਟਰ ਛੇੜਦੇ ਆ ਜੀ, ਉਹ ਹੈ ਸ਼੍ਰੋਮਣੀ ਕਮੇਟੀ ਦਾ। ਬਜਟ ਆਇਆ, ਕਈ ਚੀਜ਼ਾਂ ਹੋਰ ਨੇ। ਪਹਿਲਾਂ ਤਾਂ ਆਪਾਂ ਸ਼੍ਰੋਮਣੀ ਕਮੇਟੀ ਦੀ ਹੀ ਗੱਲ ਕਰ ਲਈਏ ਕਿ ਜਿਵੇਂ ਤੁਸੀਂ ਉਸ ਦਿਨ ਮੈਨੂੰ ਦੱਸਦੇ ਵੀ ਸੀ, ਇਹ ਸ਼੍ਰੋਮਣੀ ਕਮੇਟੀ ਹੈ ਜਿਹੜੀ, ਉਹ ਤਾਂ ਪਹਿਲਾਂ ਇੱਕ ਪਾਸੇ ਸ਼੍ਰੋਮਣੀ ਕਮੇਟੀ ਹੁੰਦੀ ਸੀ ਤੇ ਦੂਸਰੇ ਪਾਸੇ ਕਾਂਗਰਸ ਦੀ ਧਿਰ ਹੁੰਦੀ ਸੀ। ਨਹੀਂ, ਸ਼੍ਰੋਮਣੀ ਕਮੇਟੀ ਨਹੀਂ, ਕਾਂਗਰਸ ਬਦਲ ਕੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆ, ਉਦੋਂ ਕਾਂਗਰਸ ਦੀ ਟੌਪ ਲੀਡਰਸ਼ਿਪ ਗਾਂਧੀ, ਨਹਿਰੂ ਹੁਣਾਂ ਨੇ ਇਹਨੂੰ ਵੈਲਕਮ ਸਟੈਪ ਦੱਸਿਆ ਸੀ। ਇਹਨੂੰ ਦੱਸਿਆ ਸੀ ਕਿ ਇਹ ਭਾਰਤ ਦੀ ਇੰਡੀਪੈਂਡੈਂਸ ਦੀ ਪਹਿਲੀ ਜਿੱਤ ਆ। ਉਧਰ ਜਿਹੜੇ ਵੱਧਦੇ ਕਦਮ ਨੇ ਇੰਡੀਪੈਂਡੈਂਸ ਵੱਲ, ਇਹ ਪਹਿਲੀ ਅਸਾਰੂ ਜਿੱਤ ਆ। ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਲੈਣ ਦੇਣ ਨਹੀਂ ਸੀ ਚਾਹੀਦਾ ਭਾਰਤ ਦੀ ਆਜ਼ਾਦੀ ਨਾਲ। ਉਹਨਾਂ ਨੂੰ ਆਪਣੀ ਸਿੱਖ ਸਾਮਰਾਜ ਨੂੰ ਮੱਦੇ ਨਜ਼ਰ ਰੱਖ ਕੇ ਹੀ ਪਹਿਲੇ ਆਪਣੇ ਧਰਮ ਸਥਾਨ ਉਹਨਾਂ ਨੇ ਆਜ਼ਾਦ ਕਰਾਉਣੇ ਸੀ। ਉਹਨੂੰ ਪਲੈਟਫਾਰਮ ਵਜੋਂ
ਕਿ ਰਾਜਨੀਤਿਕ ਸੋਚ ਉਭਾਰਨ ਲਈ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੱਗੇ ਲਿਆਂਦਾ ਸੀ, ਪਰ ਕਾਂਗਰਸ ਦਾ ਇੰਨਾ ਉਦੋਂ ਬੋਲਬਾਲਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੁੱਢ ਤੋਂ ਹੀ ਕਾਂਗਰਸ ਦੀ ਅਧੀਨਗੀ ਮੰਨ ਕੇ ਚੱਲੇ ਨੇ, ਤਾਂ ਕਿ ਜਿੰਨਾ ਵੀ ਲੇਖਾ ਜੋਖਾ ਸੀਗਾ 47 ਤੱਕ ਜੋ ਪੰਜਾਬ 'ਚ ਸੰਘਰਸ਼ ਹੋਇਆ ਉਹ ਸਾਰਾ ਭਾਰਤੀ ਆਜ਼ਾਦੀ ਦੇ ਲੇਖੇ ਪਾਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੀ ਪਹਿਲੇ ਸੇਵਾ ਸੰਭਾਲ ਲਈ ਆਈ ਸੀ, ਸਮਾਜ ਨੂੰ ਇੱਕ ਨਰੋਈ ਸੇਧ ਦੇਣ ਲਈ ਅੱਗੇ ਆਈ ਸੀਗੀ, ਸਮਾਜਿਕ ਕਦਰਾਂ ਕੀਮਤਾਂ ਨੂੰ ਇੱਕ ਮੋਰਲ ਵੈਲਿਊਜ਼ ਦੇਣ ਲਈ ਅੱਗੇ ਆਈ ਸੀਗੀ। ਇੱਕ ਜਗ੍ਹਾ ਬਣੀ ਸੀ ਜਿੱਥੇ ਇਕੱਤਰ ਹੋ ਕੇ ਸਿੱਖ ਜਾਂ ਦੂਜੇ ਤਬਕੇ ਦੇ ਲੋਕ ਵੀ ਉੱਥੇ ਸਾਰਿਆਂ ਲਈ ਦਰਵਾਜ਼ੇ ਖੁੱਲ੍ਹੇ ਸੀ ਕਿ ਆ ਕੇ ਆਪਣੀਆਂ ਜਿਹੜੀਆਂ ਸਮਾਜਿਕ ਜਾਂ ਕੋਈ ਧਾਰਮਿਕ ਵਿਚਾਰਾਂ ਨੇ ਖਾਸ ਕਰਕੇ ਸਿੱਖਾਂ ਦੀਆਂ ਉਹ ਹੋ ਸਕਣ, ਉਹਨਾਂ ਨੂੰ ਕੋਈ ਰਹਿਨਮਾਈ ਦਿੱਤੀ ਜਾਵੇ, ਇਸ ਲਈ ਸੰਸਥਾ ਉਹ ਬਣੀ ਸੀ ਜਿਹੜੀ ਕਿ ਸਮੇਂ ਨਾਲ ਉਹ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਪਰਿਵਾਰ ਦਾ ਵਿੰਗ ਬਣ ਕੇ ਰਹਿ ਗਈ। ਉਸ ਤੋਂ ਇਲਾਵਾ ਕੁਛ ਵੀ ਉਹਨਾਂ ਦੇ ਪੱਲੇ ਨਹੀਂ ਰਿਹਾ, ਕੋਈ ਜਥੇਦਾਰ ਇੰਡੀਪੈਂਡੈਂਟ ਨਹੀਂ ਰਿਹਾ, ਕੋਈ ਪ੍ਰੈਜ਼ੀਡੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੰਡੀਪੈਂਡੈਂਟ ਰਿਹਾ, ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਤਬਦੀਲੀ ਹੋਣੀ ਆ ਉਹ ਇੰਡੀਪੈਂਡੈਂਟ ਨਹੀਂ ਹੋ ਸਕੀ। ਈਵਨ ਕਿ ਲੋਅਰ ਲੈਵਲ ਦੀਆਂ ਜੌਬਸ ਤੱਕ ਵੀ ਜਿਹੜਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਰਹਿਨੁਮਾ ਸੀ ਉਹਨਾਂ ਦਾ ਦਬਦਬਾ ਸੀ। ਹੁਣ ਕਿਉਂਕਿ ਦਬਦਬਾ ਪਰਿਵਾਰ ਦਾ ਟੁੱਟਿਆ, ਹੁਣ ਆਵਾਜ਼ਾਂ ਉੱਠ ਰਹੀਆਂ ਨੇ ਕਿ ਸਾਡੀ ਜਿਹੜੀ ਹੈਗੀ ਆ ਕਲੋਜ਼ਟ ਉਹਦੇ ਵਿੱਚ ਕਿੰਨੇ ਸਕੈਲਟਨਸ ਨੇ। ਉਹ ਹੁਣ ਸਕੈਲਟਨਸ ਨਿਕਲ ਰਹੇ ਨੇ। ਕੋਈ ਕਹਿ ਰਿਹਾ ਵੀ ਜ਼ਮੀਨਾਂ 100 ਸਾਲ ਲਈ ਇਹਨਾਂ ਨੇ ਛੋਟੇ ਭਾਵਾਂ 'ਤੇ ਲੀਜ਼ ਕੀਤੀਆਂ ਹੋਈਆਂ ਨੇ, ਜਿਹੜੇ ਇੰਸਟੀਟਿਊਸ਼ਨਸ ਬਣਾਏ SGPC ਨੇ ਉਹਨਾਂ ਨੂੰ ਜਿਹੜੇ ਚਲਾਉਂਦੇ ਨੇ ਟਰਸਟ ਉਹ ਇਹਨਾਂ ਦੇ ਭਾਈ ਭਤੀਜੇਬਾਜ਼ ਹੀ ਸਾਂਭੀ ਬੈਠੇ ਨੇ। ਇੱਕ ਤਰ੍ਹਾਂ ਨਾਲ ਉਹਨਾਂ ਦੀਆਂ ਉਹ ਜਗੀਰਾਂ ਬਣ ਗਈਆਂ, ਜਦ ਕਿ ਉਹ ਸੀਗੀ ਸਿੱਖਾਂ ਦਾ ਸਰਮਾਇਆ ਸੀਗਾ ਜਿਹਨੂੰ ਪਰਿਵਾਰਕ ਸੋਚ ਨੇ ਪੂਰੀ ਤਰ੍ਹਾਂ ਆਪਣੀ ਜਕੜ ਵਿੱਚ ਲੈ ਰਿਹਾ। ਇਸ ਲਈ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੁਣ ਸਰਪ੍ਰਸਤ ਨੇ ਬਾਦਲ ਦੇ, ਉਹਨਾਂ ਨੂੰ ਸਾਰਿਆਂ ਨਾਲੋਂ ਵੱਡਾ ਫਿਕਰ ਹੁਣ ਦਿਖ ਰਿਹਾ SGPC ਵੀ ਕਿਤੇ ਸਾਡੀ ਆਹ ਜਗੀਰ ਵੀ ਨਾ ਜਾਂਦੀ ਰਹੇ, ਪਰ ਉਹ ਜਾਊਗੀ ਜ਼ਰੂਰ। ਸ਼੍ਰੋਮਣੀ ਕਮੇਟੀ ਦਾ ਬਜਟ ਆਇਆ ਘਾਟੇ 'ਚ ਗਿਆ, ਕਈ ਚੀਜ਼ਾਂ ਹੋਰ ਨੇ। ਹੁਣ ਆਪਦਾ ਚੈਨਲ ਚਲਾਉਣ ਦੀ ਗੱਲ ਵੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਕੀਤੀ ਜਾ ਰਹੀ ਹੈ। ਸਾਰੀਆਂ ਚੀਜ਼ਾਂ ਆਈਆਂ ਤਾਂ ਉਦੋਂ ਹੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ। ਹਾਂ, ਜਦੋਂ ਪਕੜ ਟੁੱਟੀ ਆ ਹੁਣ ਇਹ ਗੱਲਾਂ ਸਾਹਮਣੇ ਆ ਰਹੀਆਂ, ਕਿਉਂਕਿ ਜਿਹੜਾ ਚੈਨਲ ਪ੍ਰਸਾਰਣ ਕਰ ਰਿਹਾ ਸੀ ਗੁਰਬਾਣੀ ਦਾ ਉਹਦੇ 'ਤੇ ਬਹੁਤ ਚਿਰ ਤੋਂ ਸਵਾਲੀਆ ਚਿੰਨ੍ਹ ਲੱਗ ਰਿਹਾ ਸੀ ਵੀ ਇਹ ਮਿਸਯੂਜ਼ ਹੋ ਰਿਹਾ, SGPC ਦੇ ਫੰਡਸ ਦਾ ਮਿਸਯੂਜ਼ ਹੋ ਰਿਹਾ। ਇਹ ਗੱਲਾਂ ਬਾਹਰ ਆਉਣੀਆਂ ਚਾਹੀਦੀਆਂ ਨੇ। ਲੋਕੀ ਕਹਿੰਦੇ ਸੀ ਕਿ ਬੜੀ ਦਬੀ ਆਵਾਜ਼ ਵੀ ਕਹਿੰਦੇ ਸੀ, ਕਈ ਵਾਰੀ ਖੁੱਲ੍ਹ ਕੇ ਵੀ ਕਹਿੰਦੇ ਸੀ, ਪਰ ਕੋਈ ਸੁਣਵਾਈ ਨਹੀਂ ਸੀ। ਹੁਣ ਕਿਉਂਕਿ ਉਸ ਚੈਨਲ 'ਤੇ ਇੱਦਾਂ ਦੇ ਕ੍ਰਿਮੀਨਲ ਕੇਸ ਰਜਿਸਟਰ ਹੋਏ ਨੇ ਜਿਹਦੇ ਨਾਲ ਸਿੱਖ ਕੌਮ ਨੂੰ ਵੀ ਸੋਚਣ 'ਤੇ ਮਜਬੂਰ ਹੋਣਾ ਪਿਆ ਵੀ ਕੀ ਜਿਹੜਾ ਇੱਦਾਂ ਦਾ ਜਿਨ੍ਹਾਂ 'ਤੇ ਚਾਰਜਸ ਨੇ, ਕ੍ਰਿਮੀਨਲ ਕਿਡਨੈਪਿੰਗ ਦੇ ਚਾਰਜਸ ਨੇ, ਲੜਕੀਆਂ ਦੇ ਸ਼ੋਸ਼ਣ ਦੇ ਚਾਰਜਸ ਨੇ, ਕੀ ਉਹ ਹੀ ਸਾਡੀ ਗੁਰਬਾਣੀ ਇੱਥੋਂ ਰਿਲੇ ਕਰੂਗਾ? ਇਹ ਕੁਐਸਚਨਸ ਉੱਠੇ ਨੇ SGPC ਦੇ ਹਾਊਸ ਵਿੱਚ ਜਦੋਂ ਬਜਟ ਪਾਸ ਹੋਇਆ ਜੀ। ਤੇ ਘਾਟੇ ਦਾ ਬਜਟ ਵੀ ਆਇਆ ਇਸ ਵਾਰ। ਹਾਂ, 30 ਕਰੋੜ ਦੇ ਘਾਟੇ ਦਾ ਬਜਟ ਬੜੀ ਅਣਹੋਣੀ ਗੱਲ ਆ। ਜਿਹੜੀ ਸਰਪਲਸ ਸੀਗੀ ਜਥੇਬੰਦੀ ਹੁਣ ਤੱਕ ਜਿਹੜੀ SGPC ਸੀਗੀ, ਹੁਣ ਕਿਉਂ ਘਾਟੇ ਪੈਣ ਲੱਗ ਗਏ? ਇਹਨਾਂ ਨੇ ਪਿਛਲੇ 5 ਸਾਲਾਂ 'ਚ ਜੇ ਬਜਟ 'ਤੇ ਝਾਤੀ ਮਾਰੀਏ ਤਾਂ 18 ਕਰੋੜ ਰੁਪਇਆ ਸਿਰਫ ਸਰੋਪਿਆਂ 'ਤੇ ਖਰਚਿਆ ਹੈਗਾ। 36 ਲੱਖ ਦੇ ਕਰੀਬ ਇਹਨਾਂ ਨੇ ਸਰੋਪੇ ਵੰਡੇ ਨੇ। ਉਹ ਇਸ ਤਰ੍ਹਾਂ ਦਾ ਕੱਪੜਾ ਹੈਗਾ ਸਰੋਪਿਆਂ ਦਾ, ਉਹ ਕਹਿੰਦੇ ਵੀ ਇੱਕ ਧੋ ਤੋਂ ਬਾਅਦ ਜਮਾਂ ਗਲ ਛੱਡ ਜਾਂਦਾ। ਬਹੁਤ ਵੱਡੀ ਰਕਮ ਆ 18 ਕਰੋੜ ਕੀ ਕਾਹਦੇ ਤੇ ਲਾ ਰਹੇ ਹੈ? ਮਤਲਬ ਕੁਐਸਚਨ ਬੜੇ ਸਵਾਲ ਨੇ ਜੀ ਸ਼੍ਰੋਮਣੀ ਕਮੇਟੀ ਦੇ ਉੱਤੇ ਵੀ ਔਰ ਜਥੇਦਾਰ ਅਕਾਲ ਤਖਤ ਦੇ ਉੱਤੇ ਵੀ, ਕਿਉਂਕਿ ਬੀਤੇ ਦਿਨਾਂ ਦੇ ਵਿੱਚ ਵੀ ਜਿਵੇਂ ਜਥੇਦਾਰ ਸਾਹਿਬ ਬੋਲਦੇ ਆ ਜਾਂ ਰੂਟੀਨ 'ਚ ਵੀ ਬੋਲਦੇ ਆ, ਸਿਰਫ ਤੇ ਸਿਰਫ ਉਵੇਂ ਹੀ ਬੋਲਦੇ ਆ ਜਿਵੇਂ ਪੰਜਾਬ ਦਾ ਰਾਜਪਾਲ ਵਿਧਾਨ ਸਭਾ 'ਚ ਭਾਸ਼ਣ ਦਿੰਦਾ ਹੁੰਦਾ ਤੇ ਉਹ ਭਾਸ਼ਣ ਹੈ ਜਿਹੜਾ ਉਹ ਸੱਤਾਧਾਰੀ ਧਿਰ ਦੇ ਹੱਕ 'ਚ ਹੀ ਹੁੰਦਾ। ਇਹ ਵੀ ਸਾਰੀ ਗੱਲਬਾਤ ਪ੍ਰਕਾਸ਼ ਸਿੰਘ ਬਾਦਲ ਐਂਡ ਕੰਪਨੀ ਦੇ ਹੱਕ 'ਚ ਹੀ ਬੋਲਦੇ ਜਾਂ ਨਜ਼ਰ ਆਉਂਦੇ ਰਹਿੰਦੇ ਆ। ਉਹ ਤਾਂ ਕਿਉਂਕਿ ਉਹਨਾਂ ਨੂੰ ਲਾਈ ਉਹਨਾਂ ਨੇ, ਸਿੱਖ ਆਵਾਮ ਨੇ ਨਾ ਲਾਇਆ ਉਹਨਾਂ ਨੂੰ ਜੀ। ਉਹਨਾਂ ਦੀ ਮਾਨਸਿਕਤਾ ਹੁਣ ਦੀ ਨੇ 84 ਵੇਲੇ ਤੇ ਜ਼ਿਆਦਾ ਪ੍ਰਤੱਖ ਰੂਪ ਵਿੱਚ ਸਾਹਮਣੇ ਆਈ ਹੈ, ਜਦੋਂ ਉਦੋਂ ਦੇ ਜਥੇਦਾਰ ਕਿਰਪਾਲ ਸਿੰਘ ਨੇ ਝੂਠ ਬੋਲਿਆ ਸੀ ਅਕਾਲ ਤਖਤ ਸਾਹਿਬ ਤੇ ਖੜ ਕੇ ਕਿ ਇੱਥੇ ਕੋਈ ਮਤਲਬ ਕਿ ਜਿਹੜਾ ਜਿੱਥੇ ਆਪਾਂ ਰੱਖਦੇ ਹੈਗੇ ਸੰਦੋਖਦੇ ਹਾਂ ਬਾਬਾ ਜੀ ਨੂੰ,
ਵੀ ਉੱਥੇ ਕੋਈ ਨੁਕਸਾਨ ਨਹੀਂ ਹੋਇਆ, ਕੋਈ ਐਡੀ ਗੱਲ ਨਹੀਂ ਹੈਗੀ। ਲੋਕਾਂ ਨੂੰ ਠੰਡੇ ਕਰਨ ਲਈ ਇੰਦਰਾ ਗਾਂਧੀ ਦੇ ਕਹੇ ਤੇ ਉਹਨਾਂ ਨੇ ਇਹ ਟੀਵੀ ਤੇ ਬਿਆਨ ਦਿੱਤਾ ਸੀ, ਜਿਸ ਕਰਕੇ ਉਹਨਾਂ ਨੂੰ ਮਾਰਨ ਦੀ ਵੀ ਸਿੱਖਾਂ ਵੱਲੋਂ ਕੋਸ਼ਿਸ਼ ਹੋਈ ਸੀ, ਪਰ ਉਹ ਬਚ ਗਏ ਸੀ ਕੁਦਰਤੀ। ਤੇ ਵੱਡੀ ਗੱਲ ਇਹ ਹੈ ਕਿ ਜਦੋਂ ਉਹਨਾਂ ਤੇ ਅਟੈਕ ਹੋਇਆ ਪਬਲਿਕ ਦੇ ਵਿੱਚ, ਕਿਸੇ ਸਿੱਖ ਦੁਕਾਨਦਾਰ ਨੇ ਆਪਣਾ ਸ਼ਟਰ ਥੱਲੇ ਨਹੀਂ ਸੀ ਕੀਤਾ, ਨਾ ਅਫਸੋਸ ਜ਼ਾਹਰ ਕੀਤਾ ਸੀ ਕਿ ਸਾਡੇ ਅਕਾਲ ਤਖਤ ਦੇ ਜਥੇਦਾਰ ਤੇ ਅਟੈਕ ਹੋਇਆ ਵੀ ਸਿੱਖਾਂ ਵੱਲੋਂ ਸੀ। ਉਸ ਤੋਂ ਬਾਅਦ ਇਹ ਗਿਰਾਵਟ ਵਧੀ ਆ, ਜ਼ਿਆਦਾ ਗਿਰਾਵਟ ਉਦੋਂ ਸਾਹਮਣੇ ਆਈ। ਪਹਿਲੇ ਵੀ ਇਹ ਪਾਰਟੀਜ਼ਨ ਰੈਜ਼ੋਲੂਸ਼ਨਸ ਪਾਉਂਦੇ ਰਹੇ ਨੇ, ਹੁਕਮਨਾਮੇ ਜਾਰੀ ਕਰਦੇ ਰਹੇ ਨੇ, ਜਿਵੇਂ ਤਖਤ ਪਤਾ ਨਹੀਂ ਜਿਹਨੂੰ ਜਿਹੜਾ ਇਹਨਾਂ ਦੇ ਵਿਰੋਧ 'ਚ ਉੱਠਿਆ ਉਹਨੂੰ ਹੁਕਮਨਾਮਾ ਉਹਦੇ ਖਿਲਾਫ ਜਾਰੀ ਕਰਤਾ। ਮਤਲਬ ਕਿ ਨਿਊਮਰਸ ਇੱਦਾਂ ਦੇ ਹੁਕਮਨਾਮੇ ਇਹਨਾਂ ਨੇ ਜਾਰੀ ਕੀਤੇ ਨੇ। ਜਦੋਂ ਕਿਸਾਨੀ ਜਿਹੜਾ ਵਿਦਰੋਹ ਸੀਗਾ ਦਿੱਲੀ ਦੇ ਬੂਹਾਂ ਤੇ ਬੈਠਾ ਸੀਗਾ, ਅਕਾਲ ਤਖਤ ਦਾ ਜਥੇਦਾਰ ਦੀ ਇੰਨੀ ਹਿੰਮਤ ਨਹੀਂ ਹੋਈ ਕਿ ਮੈਂ ਉੱਥੇ ਸਿੱਖ ਅਵਾਮ ਨਾਲ ਜਾ ਕੇ ਬੈਠਾਂ। ਇੰਨੀ ਕਿ ਇਹਨਾਂ ਦੀ ਜ਼ਰੂਰਤ ਹੈਗੀ। ਕਦੀ ਵੀ ਸਿੱਖਾਂ ਦਾ ਬਗਰਾੜੀ ਹੋਇਆ, ਬਹਿਬਲ ਕਲਾਂ ਹੋਇਆ, ਬੁਰਜ ਜਵਾਹਰ ਸਿੰਘ ਇੰਸੀਡੈਂਟ ਹੋਇਆ, ਅੱਜ ਤੱਕ ਅਕਾਲ ਤਖਤ ਦਾ ਜਥੇਦਾਰ ਉੱਥੇ ਗਿਆ ਨਹੀਂ। ਗੁਰੂ ਗ੍ਰੰਥ ਸਾਹਿਬ ਸਾਡਾ ਸੜਕਾਂ ਤੇ ਰੋਲਤਾ, ਮਿੱਟੀਆਂ 'ਚ ਰੋਲਤਾ, ਇਹ ਨਹੀਂ ਉੱਥੇ ਗਏ, ਇਹ ਦਿਖੇ ਹੀ ਨਹੀਂ। ਸਗੋਂ ਇਹਨਾਂ ਨੇ ਜਿਨ੍ਹਾਂ ਤੇ ਦੋਸ਼ ਲੱਗਦੇ ਸੀਗੇ ਉਹਨਾਂ ਦੇ ਮਾਫੀਨਾਮੇ ਆਪਣੇ ਆਪ ਹੀ ਬਣਾ ਕੇ ਉਹਨਾਂ ਨੂੰ ਮਾਫ ਕਰਨਾ ਚਾਹਿਆ। ਮੈਂ ਨਹੀਂ ਕਹਿੰਦਾ ਵੀ ਉਹਨਾਂ ਨੇ ਕੀਤਾ ਜਾਂ ਨਹੀਂ ਕੀਤਾ, ਇਹ ਕ੍ਰਿਮੀਨਲ ਇਨਵੈਸਟੀਗੇਸ਼ਨ ਆ ਜਿਹੜੀ ਪਿਛਲੇ 7 ਸਾਲ ਤੋਂ ਲਮਕਦੀ ਤੁਰੀ ਆ ਰਹੀ ਆ। 3 ਸਰਕਾਰਾਂ ਬਦਲ, ਤੀਜੀ ਸਰਕਾਰ ਆ ਗਈ, ਪਰ ਸਿੱਖ ਕੌਮ ਨੂੰ ਹਜੇ ਤੱਕ ਜਵਾਬ ਨਹੀਂ ਮਿਲਿਆ। ਇਹ ਵੀ SGPC ਦੀ ਹੀ ਇੱਕ ਕਹਿ ਸਕਦੇ ਹਾਂ ਕਿ ਬੜੀ ਹੈਲਪਲੈਸਨੈਸ ਆ ਸਿੱਖਾਂ ਲਈ, ਕਿ ਉਹਨਾਂ ਦੀ ਜਿਹੜੀ ਜਮਾਤ ਸੀਗੀ, ਜਿਹੜੀ ਰੈਪਰਜੈਂਟ ਕਰਨ ਵਾਲੀ, ਅਕਾਲੀ ਦਲ ਬਾਦਲ ਤਾਂ ਖਤਮ ਹੋਇਆ ਹੀ ਹੋਇਆ, SGPC ਵੀ ਆਪਣੀ ਮੋਰਲ ਵੈਲਿਊ ਕਾਫੀ ਹੱਦ ਤੱਕ ਗਵਾ ਚੁੱਕੀ ਹੈ। SGPC ਦੇ ਇੱਕ ਹੋਰ ਵੀ ਦੋਸ਼ ਲੱਗਦਾ ਕਿ ਇਹਦੇ 'ਚ RSS ਦੀ ਵੱਡੀ ਘੁਸਪੈਠ ਆ, ਤੇ ਹੁਣ ਸਥਿਤੀ ਜਿਹੋ ਜਿਹੀ ਪ੍ਰਕਾਸ਼ ਸਿੰਘ ਬਾਦਲ ਦੀ ਹੈ, ਸ਼੍ਰੋਮਣੀ ਅਕਾਲੀ ਦਲ ਤੇ SGPC ਇੱਕੋ ਹੀ ਧਿਰ ਹੈ। ਇਹ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਬਾਦਲ ਪਰਿਵਾਰ ਦੀ ਜਕੜ ਟੁੱਟੂਗੀ ਤੇ ਕੋਈ ਹੋਰ ਮਜ਼ਬੂਤ ਧਿਰ ਇੱਥੇ ਆ ਜਾਊਗੀ, ਪਰ ਕੀ ਉਹ ਸਿੱਖਾਂ ਨੂੰ ਰਿਪਰੈਜ਼ੈਂਟ ਕਰੂਗੀ ਜਾਂ ਫਿਰ ਉਹ ਵੀ ਮਿਲਗੋਬੇ ਵਾਲੀ ਹੋਣੀ ਹੈ, ਜਿਵੇਂ RSS ਵਾਲੀ ਪਹਿਲਾਂ ਕਹਿੰਦੇ ਆ? ਜਿਹੜੀ ਦੁਬਦਾ ਵਾਲੀ ਗੱਲ ਹੈ ਨਾ, ਬੀਇੰਗ ਏ ਸਿੱਖ, ਮੈਂ ਤਾਂ ਇਹ ਸੋਚਦਾ ਵੀ ਜੇ ਜਿਸ ਤਰ੍ਹਾਂ ਕਮਜ਼ੋਰ ਹੋਈ ਆ ਸਿੱਖ ਕੌਮ ਤਾਂ ਕਮਜ਼ੋਰ ਦਿਖ ਰਹੀ ਆ ਕਿਉਂਕਿ ਇਹਨਾਂ ਦੀ ਜਿਹੜੀ ਰਾਜਨੀਤਿਕ ਜਮਾਤ ਸੀਗੀ ਉਹ ਇੱਕ ਪਰਿਵਾਰਕ ਕਾਰਨਾਂ ਕਰਕੇ, ਜਗੀਰੂ ਸੋਚ ਕਰਕੇ, ਜਗੀਰਦਾਰਾਂ ਦੀ, ਉਸ ਕਰਕੇ ਉਹਦਾ ਮਤਲਬ ਕਿ ਪੰਜਾਬ ਵਿੱਚ ਅੱਜ ਨਾਮੋ ਨਿਸ਼ਾਨ ਮਿਟਣ ਦੇ ਕਿਨਾਰੇ ਖੜਾ। ਉਹਦੇ ਦਾ ਫਾਲ ਆਊਟ ਇਹ ਹੋਣਾ ਕਿ ਜੇ SGPC ਦੀਆਂ ਇਲੈਕਸ਼ਨਸ ਤਾਂ ਡਿਊ ਨੇ, ਮਤਲਬ ਕਿ ਪਿਛਲੇ ਮੇਰੇ ਖਿਆਲ 5 ਸਾਲਾਂ ਤੋਂ ਡਿਊ ਨੇ, ਉਸ ਚੀਜ਼ ਦਾ ਵਿੱਚ ਜਿਹੜਾ ਹੈਗਾ ਕਿ ਜੇ ਇਲੈਕਸ਼ਨਸ ਹੁੰਦੀਆਂ ਨੇ, ਕੋਈ ਇਸ ਤਰ੍ਹਾਂ ਦੀਆਂ ਧਿਰਾਂ ਅੰਦਰ ਨਾ ਆ ਜਾਣ ਜਿਨ੍ਹਾਂ ਨੂੰ ਦਿੱਲੀ ਦਰਬਾਰ ਚਾਹੁੰਦਾ ਹੋਵੇ, ਚਾਹੇ ਉਹ ਦਿੱਲੀ ਦਰਬਾਰ ਆਪ ਵਾਲਾ, ਚਾਹੇ ਉਹ ਹੈਗਾ ਭਾਰਤੀ ਜਨਤਾ ਪਾਰਟੀ ਦਾ, ਚਾਹੇ ਉਹ RSS ਆ ਜਿਹੜਾ ਇਹਨਾਂ ਸਾਰਿਆਂ ਦਾ ਸੁਪਰੀਮ ਆ ਦੋਨਾਂ ਦਾ। ਉਹ ਆਪਣੇ ਬੰਦੇ, ਕਿਉਂਕਿ ਵੇਵ ਇੱਦਾਂ ਦੀ ਚੱਲ ਰਹੀ ਆ ਪੰਜਾਬ 'ਚ, ਰਾਜਨੀਤਿਕ ਸਿੱਖਾਂ ਦੀ ਪਾਰਟੀ ਨਾ ਹੋਣ ਕਰਕੇ ਇਹਦਾ ਮਤਲਬ ਕਿ ਇਨਡਾਇਰੈਕਟਲੀ ਜਿਹੜਾ ਹੈਗਾ ਬੈਨੀਫਿਟ ਇਹਨਾਂ ਧਿਰਾਂ ਨੂੰ ਜਾ ਸਕਦਾ, ਜਿਹਦਾ ਕਿ ਅਲਟੀਮੇਟਲੀ ਸਿੱਖ ਕੌਮ ਨੂੰ ਕਾਫੀ ਵੱਡਾ ਇਸ ਚੀਜ਼ ਬਾਰੇ ਸੋਚਣਾ ਚਾਹੀਦਾ। ਇਟਸ ਏ ਵੈਰੀ ਸੀਰੀਅਸ ਕੁਐਸਚਨ ਐਂਡ ਇਟਸ ਏ ਡਾਇਰੈਕਟ ਥ੍ਰੈਟ ਟੂ ਦਾ ਸਿੱਖ ਕੌਮ ਨੂੰ, ਡਾਇਰੈਕਟ ਥ੍ਰੈਟ ਹੈ। ਐਂਡ ਆਲ ਡਿਊ ਟੂ ਸ਼੍ਰੋਮਣੀ ਅਕਾਲੀ ਦਲ ਨੇ ਹੈ। ਕਈ ਮੈਂ ਕਿਹਾ ਸਿੱਖ ਸਟੂਡੈਂਟ ਫੈਡਰੇਸ਼ਨ ਬਣੇ ਹੋਏ ਨੇ, ਬਹੁਤਿਆਂ ਦੀ ਜਿਹੜੀ ਸਾਂਝ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਹੀ ਹੈ, ਦਲ ਖਾਲਸਾ ਸਮੇਤ ਹੋਰ ਬਹੁਤ ਸਾਰੀਆਂ ਜਥੇਬੰਦੀਆਂ। ਸੋ ਲੱਗਦਾ ਹੈ ਕਿ ਕਿਸੇ ਦੇ ਉੱਤੇ ਸਿੱਖ ਵਿਸ਼ਵਾਸ ਕਰਨ ਦੇ ਯੋਗ ਹੈ, ਜਿੰਨੀਆਂ ਵੀ ਧਿਰਾਂ ਹੁਣ ਸਰਗਰਮ ਨੇ, ਅਕਾਲੀ ਦਲ ਬਾਦਲ ਨੂੰ ਜੇ ਪਾਸੇ ਰੱਖ ਕੇ ਦੇਖੀਏ। ਜਿੱਥੋਂ ਤੱਕ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਖਤਮ ਹੈਗਾ ਆਪਾਂ ਤਲਕ ਦੇਖਦੇ ਹਾਂ, ਸਿੱਖ ਸਟੂਡੈਂਟ ਫੈਡਰੇਸ਼ਨ ਸਿਰਫ ਨੇਮ ਹੈਡਸ ਦੀਆਂ ਨੇ ਜੀ, ਚਾਹੇ ਜੀ ਇਹ ਮਹਿਤੇ ਚਾਵਲੇ ਦੀ ਆ, ਚਾਹੇ ਪੀਰ ਮੁਹੰਮਦ ਦੀ ਆ, ਚਾਹੇ ਕੋਈ ਹੋਰ ਇੱਦਾਂ ਦੇ ਗਰੁੱਪਸ ਨੇ, ਸੈਵਰਲ ਗਰੁੱਪਸ ਨੇ। ਬੇਸਿਕਲੀ ਇਹ ਇੱਕ ਨੇਮ ਸੇਕ ਗਰੁੱਪਸ ਨੇ। ਕਿੰਨਾ ਕੈਡਰ ਹੋਊਗਾ ਮੈਂ ਕਹਿ ਨਹੀਂ ਸਕਦਾ, ਕਿਉਂਕਿ ਹੁਣ ਇਹ ਸਿੱਖ ਸਟੂਡੈਂਟ ਫੈਡਰੇਸ਼ਨ ਉਹ ਨਹੀਂ ਜਿਹਦੀ ਬੁਨਿਆਦ 1946 ਵਿੱਚ ਰੱਖੀ ਗਈ ਸੀ, ਜਿਹੜੀ ਕਿ ਇੱਕ ਨਰਸਰੀ ਸੀਗੀ ਜਿਹਦੇ 'ਚੋਂ ਸਿੱਖਿਆ ਲੈ ਕੇ ਤਿਆਰ ਹੋ ਕੇ ਉਹਨਾਂ ਨੇ ਅੱਗੇ ਸਿੱਖ ਰਾਜਨੀਤੀ ਦੇ ਮੰਚ 'ਤੇ ਆਉਣਾ ਸੀ। ਇਸ ਮਨਸ਼ਾ ਨੂੰ ਰੋਕਣ ਲਈ
ਕਿ ਇਹ ਕੈਡਰ ਨੂੰ ਖਤਮ ਕਰਨ ਲਈ ਹੀ ਯੂਥ ਅਕਾਲੀ ਦਲ ਬਣਾਇਆ ਗਿਆ ਸੀ। ਫਿਰ ਉਸ ਤੋਂ ਅੱਗੇ ਚੱਲ ਕੇ ਇਹਨਾਂ ਨੇ ਸੋਈ ਬਣਾਈ, ਜਿਹੜੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਬਣਾਈ ਇਹਨਾਂ ਨੇ, ਤਾਂ ਕਿ ਜਿਹੜੀ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪਲੇਟਫਾਰਮ ਆ ਇਹਨੂੰ ਇੱਕ ਤਰ੍ਹਾਂ ਨਾਲ ਬਿਲਕੁਲ ਹੀ ਅਲੋਪ ਕਰ ਦਿਓ। ਉਹ ਕਾਫੀ ਹੱਦ ਤੱਕ ਹੀ ਨਹੀਂ, ਹੋ ਹੀ ਚੁੱਕਿਆ ਲੋਕ। ਇਸੇ ਤਰ੍ਹਾਂ ਜੇ ਆਪਾਂ ਅੱਗੇ ਦੇਖਦੇ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੇ ਇਲਾਵਾ ਪੰਥਕ ਗਰੁੱਪਸ ਨੇ ਉਹਨਾਂ ਦੀ ਬੜੀ ਲਿਮਟਿਡ ਪਹੁੰਚ ਆ। ਦੇ ਟੂ ਆਰ ਸੈਲਫ ਸੈਂਟਰਡ, ਉਹ ਵੀ ਆਪਣੇ ਨਿੱਜੀ ਵਾਦਾਂ ਵਿੱਚ ਫਸੇ ਹੋਏ ਨੇ। ਹਰ ਇੱਕ ਨੂੰ ਇਹ ਆ ਕਿ ਮੈਂ ਜ਼ਿਆਦਾ ਵੱਡਾ ਸਿੱਖ ਸੋਵਰੈਂਟੀ ਲਈ ਲੜ ਰਿਹਾ, ਉਹ ਕਹਿੰਦਾ ਮੈਂ ਜ਼ਿਆਦਾ ਲੜ ਰਿਹਾ। ਕੋਈ ਉਹਦੀ ਸੋਚ ਹੈ ਨਹੀਂ ਗੀ, ਕੋਈ ਪਾਥ ਨਹੀਂ ਹੈਗਾ। ਕਦੀ ਨਾਗਾਲੈਂਡ ਤੁਰੇ ਫਿਰਦੇ ਆ, ਕਦੀ ਕਿਤੇ ਤੁਰੇ ਫਿਰਦੇ ਆ। ਆਈ ਡੋਂਟ ਨੋ ਵਾਟ ਦੇ ਟਰਾਈਂਗ ਟੂ ਪ੍ਰੂਵ। ਇੱਥੇ ਉਹਨਾਂ ਦੀ ਕੋਈ ਸੋਚ ਨਹੀਂ। ਸਮੱਸਿਆ ਫਿਰ ਉੱਥੇ ਆ ਜਾਂਦੀ ਹੈ ਕਿ ਸਿੱਖ ਕਿਹਦੇ ਲੜ ਲੱਗਣ, ਕਿਉਂਕਿ ਸਾਡੇ ਕੋਲੇ ਲੀਡਰ ਨਹੀਂ ਹੈ, ਲੋਕਾਂ 'ਚ ਜਜ਼ਬਾ ਹੈ ਕੁਛ ਕਰਨ ਦਾ। ਨਹੀਂ ਚਾਹੁੰਦੇ ਕਿ ਉਹਨਾਂ ਧਿਰਾਂ ਦੇ ਮਗਰ ਹੀ ਲੱਗਿਆ ਜਾਵੇ ਜਿਹੜੀਆਂ ਪਹਿਲਾਂ ਨੇ, ਰਵਾਇਤੀ ਨੇ, ਤੇ ਇੱਕ ਜਵਾਨੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਵੈਕਿਊਮ ਦੇ ਵਿੱਚ ਆ। ਵੈਕਿਊਮ ਤਾਂ ਹੈਗਾ ਹੀ ਆਪਣੇ ਸਾਹਮਣੇ ਖੜਾ ਕਿ ਆਪਣਾ ਜਿਹੜਾ ਯੂਥ ਆ ਉਹ 2/3 ਮਤਲਬ ਕਿ ਜਿਹੜੀ ਜਿੰਨੀ ਇੱਥੇ ਡਰੱਗ ਐਡਿਕਸ਼ਨ ਆ ਪੰਜਾਬ 'ਚ, ਉਹਨੂੰ 58% ਕੋਈ ਕਹਿੰਦਾ, ਕੋਈ ਕਿੰਨਾ ਕਹਿੰਦਾ ਹੈਗਾ, ਮਤਲਬ ਉਹਦੇ 'ਚ 2/3 ਹਿੱਸਾ ਸਿੱਖ ਯੂਥ ਆ। ਉਹ ਤਾਂ ਵੱਡਾ ਕਾਰਨ ਹੈਗਾ ਹੀ ਆਪਣੇ। ਉਹ ਸ਼ੋਅ ਕਰਦਾ ਵੀ ਕਿੰਨੀ ਨਾਮੋਸ਼ੀ ਆ ਇੱਥੇ ਅੱਜ ਪੰਜਾਬ ਦੇ ਨੌਜਵਾਨ 'ਚ, ਖਾਸ ਕਰਕੇ ਸਿੱਖ ਨੌਜਵਾਨ 'ਚ। ਇਸ ਕਰਕੇ ਮਾਪਿਆਂ ਦਾ ਵੀ ਫਿਕਰ ਆ, ਬੱਚਿਆਂ ਨੂੰ ਵੀ ਆਪਣਾ ਫਿਕਰ ਆ। ਉਹ ਛੱਡਦੇ ਆ ਵੀ ਛੱਡ ਕੇ ਹੀ ਪੰਜਾਬ ਨੂੰ ਉਹ ਵਲੈਤਾਂ ਨੂੰ ਜਾ ਰਹੇ ਆ, ਜਿਹਦੇ ਨਾਲ ਕਿ ਆਪਣੀ ਸੰਖਿਆ ਹੌਲੀ ਹੌਲੀ ਘਟ ਰਹੀ ਆ। ਇਹ ਅਗਲੇ 10 ਸਾਲਾਂ ਵਿੱਚ ਜੇ ਐਂ ਚੱਲਦਾ ਰਿਹਾ ਤਾਂ ਆਪਾਂ ਮਾਈਨੋਰਟੀ ਸਟੇਟਸ 'ਚ ਆ ਜਾਵਾਂਗੇ ਵਿਦਨ ਪੰਜਾਬ। ਤੇ ਵੱਡਾ ਕਾਰਨ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਹ ਸਥਿਤੀ ਪੈਦਾ ਕੀਤੀ ਆ। ਰਾਜਨੀਤਿਕ ਧਿਰ ਦੇ ਖਤਮ ਹੋਣ ਨਾਲ ਜਿਹੜੀ ਕੋਈ ਆਸ ਉਮੀਦ ਸੀਗੀ ਉਹਦੇ ਤੇ ਕੁਐਸਚਨ ਮਾਰਕ ਆ। ਪਰ ਇਹਦਾ ਹੱਲ ਕਰਨ ਲਈ ਹੀ ਆਪਾਂ ਨੂੰ ਥਾਟ ਪ੍ਰੋਸੈਸ ਆਰੰਭਣਾ ਚਾਹੀਦਾ, ਮਿਲ ਬੈਠ ਕੇ ਲੋਕਾਂ ਨੂੰ ਆਪਸ 'ਚ ਗੱਲ ਕਰਨੀ ਚਾਹੀਦੀ ਆ। ਕੋਈ ਫੋਰਮ ਬਣਨਾ ਚਾਹੀਦਾ ਜਿਹਦੇ ਆਲੇ ਦੁਆਲੇ ਆਪਾਂ ਨੂੰ ਫਰੋਮ ਦਾ ਵੈਰੀ ਬਿਗਨਿੰਗ ਸਟਾਰਟ ਕਰਨਾ ਪਊਗਾ ਧਰਾਤਲ। ਸਹੀ ਹੈ, ਇਹ ਗੱਲ ਜ਼ਰੂਰ ਤੁਸੀਂ ਦਰੁਸਤ ਆਖੀ ਹੈ ਕਿ ਧਰਾਤਲ ਤੋਂ ਸ਼ੁਰੂ ਕਰਨਾ ਪਊਗਾ, ਆਪਦੀ ਹਉਮੈ ਪਾਸੇ ਰੱਖਣੀ ਪਊਗੀ। ਉਹ ਕਹਿੰਦੇ ਆ ਨਾ ਸੁਖਨੈਬ ਵੀ ਸਿਆਸਤਦਾਨ ਜਿਹੜੀ ਨਾ, ਸਿੱਖ ਸਿਆਸਤ ਵੀ ਤੇ ਬਾਕੀ ਸਿਆਸਤਾਂ ਹੁੰਦੀਆਂ, ਕੁਐਸਚਨ ਸੁੱਟਦੇ ਆ ਵੀ ਇੰਨਾ ਕੁਛ ਹੋ ਗਿਆ ਜੀ ਪੰਜਾਬ 'ਚ, ਆ ਹੋ ਗਿਆ। ਉਹਨੂੰ ਇਹ ਨਾ ਆਪਣੇ ਢੰਗ ਨਾਲ ਦੱਸਦੇ ਵੀ ਕੋਈ ਨਹੀਂ, ਹਜ਼ਾਰਾਂ ਬੰਦੇ ਹੀ ਮਰੇ ਆ। ਜਦ ਕਿ ਜਿਹੜੀਆਂ ਕਵੀਆਂ ਦੀਆਂ ਕਲਮਾਂ ਹੁੰਦੀਆਂ ਵੀ ਇੱਕ ਵੀ ਕਿਉਂ ਮਰਿਆ। ਇਹਨਾਂ ਦੀ ਸੋਚ ਇਹ ਹੈ, ਇਹਨਾਂ ਨੂੰ ਉਹ ਨੁਕਸਾਨ ਨਹੀਂ ਦਿੰਦੇ। ਉਹ ਤਾਂ ਇਹ ਕਹਿੰਦੇ ਵੀ ਇੱਕ ਫੋਡਰ ਆ ਤਾਂ ਚਾਰਾ ਹੈਗਾ, ਇਹ ਤਾਂ ਚਲਿਆ ਹੀ ਜਾਣਾ। ਸਾਨੂੰ ਸਾਡੀ ਨਿਜਵਾਦ ਜਿੰਦਾ ਰਹਿਣੀ ਚਾਹੀਦੀ ਹੈ। ਤੇ ਇੱਕ ਲਾਸਟ ਸਵਾਲ ਗਿੱਲ ਸਾਹਿਬ, ਭਾਖੜਾ ਮੈਨੇਜਮੈਂਟ ਬੋਰਡ ਦੇ ਉੱਤੇ ਹੈ। ਹੁਣ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ ਤਰੀਕੇ ਦੇ ਨਾਲ ਉਹਦੇ ਤੇ ਵੀ ਕੇਂਦਰ ਕਾਬਜ਼ ਹੋ ਰਿਹਾ ਤੇ ਉੱਥੋਂ ਸਿਕਿਉਰਿਟੀ ਏਜੰਸੀਜ਼ ਆ ਜਿਹੜੀਆਂ ਪੰਜਾਬ ਦੀਆਂ ਉਹ ਵੀ ਪਾਸੇ ਕਰ ਦਿੱਤੀਆਂ ਗਈਆਂ। ਨਾਲ ਹਿਮਾਚਲ ਵਾਲੇ ਪਾਸਿਓਂ ਵੀ ਗੱਲ ਚੱਲੀ ਸੀ ਕਿ ਉਹ ਅੱਪਰ ਰਿਪੇਰੀਅਨ ਹੈ, ਉਹ ਵੀ ਉਹਦੇ ਤੇ ਹੱਕ ਜਤਾ ਰਿਹਾ, ਹਾਲਾਂਕਿ ਹੱਕ ਬਣਦਾ ਨਹੀਂ ਉਹਦਾ। ਆਵਾਜ਼ ਤਾਂ ਉਹਦੇ ਤੇ ਵੀ ਨਹੀਂ ਚੱਕੀ ਜਾ ਰਹੀ। ਇਹ ਇਸ਼ੂ ਤਾਂ ਇਲੈਕਸ਼ਨਸ ਦੇ ਦੌਰਾਨ ਹੀ ਆ ਗਿਆ ਸੀ, ਭਾਖੜਾ ਮੈਨੇਜਮੈਂਟ ਬੋਰਡ ਵਾਲਾ ਤਾਂ। ਪਰ ਕਿਸੇ ਵੀ ਪਾਰਟੀ, ਜਿਹੜੀਆਂ ਪੋਲੀਟੀਕਲ ਪਾਰਟਿਸਿਪੇਟ ਕਰ ਰਹੀਆਂ ਸੀ ਇਲੈਕਸ਼ਨ 'ਚ, ਉਹਨਾਂ ਨੇ ਕਿਸੇ ਨੇ ਵੀ ਆਪਣੇ ਮੈਨੀਫੈਸਟੋ ਵਿੱਚ ਨਾ ਚੰਡੀਗੜ੍ਹ ਦਾ ਮੁੱਦਾ ਸੀ, ਨਾ ਪਾਣੀਆਂ ਦਾ ਮੁੱਦਾ ਸੀ, ਨਾ ਭਾਖੜਾ ਬਿਆਸ ਮੈਨੇਜਮੈਂਟ ਦੇ ਚੇਂਜਿਸ ਬਾਰੇ ਮੁੱਦਾ ਸੀਗਾ। ਹੁਣ ਇਹ ਕਿਸ ਮੂੰਹ ਨਾਲ ਕਹਿਣਗੀਆਂ? ਉਹਦੇ ਬਾਰੇ ਜੋ ਪ੍ਰੋਟੈਸਟ ਉੱਠਿਆ ਵੀ ਆ ਨਾ, ਉਹ ਇੰਜੀਨੀਅਰਸ ਵੱਲੋਂ ਉੱਠਿਆ। ਇਹਨਾਂ ਨੇ ਕਾਗਜ਼ੀ ਬਿਆਨ ਜ਼ਰੂਰ ਦਿੱਤੇ ਆ, ਜਿਵੇਂ ਅਕਾਲੀ ਦਲ ਦੇ ਸੀਨੀਅਰ ਲੀਡਰ ਚੰਦੂ ਮਾਜਰਾ ਬਾਦਲ ਦਾ ਕਹਿ ਰਿਹਾ ਕਿ ਜੇ ਅਸੀਂ ਪ੍ਰੈਜ਼ੀਡੈਂਟ ਤੋਂ ਟਾਈਮ ਮੰਗਿਆ, ਫਲਾਨਾ ਮੰਗਿਆ। ਵਾਟ ਡਜ਼ ਦੈਟ ਮੀਨ? ਇਹਨਾਂ ਦੇ ਹੁੰਦਿਆਂ ਹੀ ਇਹ ਚੀਜ਼ਾਂ ਚੇਂਜਿਸ ਹੁੰਦੀਆਂ ਰਹੀਆਂ ਨੇ, ਥੋੜੀ ਥੋੜੀ ਕਰਕੇ। ਪਹਿਲੇ ਹੁੰਦੀ ਸੀ, ਹੁਣ ਉਹਨਾਂ ਨੇ ਪੂਰਾ ਬਲੇਟੈਂਟਲੀ ਉਹ ਚੇਂਜ ਕਰਤਾ। ਤੇ ਜਿਹੜੀਆਂ ਸ਼ਰਤਾਂ ਵੀ ਲਾਈਆਂ ਨੇ ਨਾ ਉੱਥੇ, ਜਿਹੜੇ ਲੱਗਣਗੇ ਇੰਜੀਨੀਅਰ ਜਾਂ ਮੈਨੇਜਮੈਂਟ ਦੇ ਵਿੱਚ ਬੰਦੇ, ਉਹਨਾਂ ਤੇ ਇੱਦਾਂ ਲਾਈ ਵੀ ਉਹਨਾਂ ਨੇ ਪਿਛਲੇ 10 ਸਾਲ 'ਚ ਕੋਈ ਡੈਮ ਬਣਾਇਆ, ਕੋਈ ਨਹਿਰ ਬਣਾਈ ਆ, ਕੋਈ ਇੱਦਾਂ ਦੇ। ਜਦ ਕਿ ਪੰਜਾਬ 'ਚ ਕਿੰਨੀਆਂ ਕੁ ਨਹਿਰਾਂ ਤੇ ਬਣ ਜਾਣਗੇ ਡੈਮ, ਪਹਿਲੀ 14+ ਡੈਮਸ ਨੇ। ਉਹਨਾਂ ਨੇ ਇਸ ਤਰ੍ਹਾਂ
ਕੰਡੀਸ਼ਨਸ ਲਾ ਕੇ ਟੋਟਲ ਹੱਕ ਪੰਜਾਬ ਦਾ ਖੋਹ ਲਿਆ। ਤੇ ਪਾਣੀਆਂ ਤੇ ਮਸਲਾ ਪਹਿਲੀ ਅੱਗੇ ਖੜਾ ਹੈਗਾ। ਇਹ ਵੀ ਕੁਐਸਚਨ ਉੱਠ ਰਿਹਾ ਵੀ ਸ਼ਾਇਦ ਜਦੋਂ ਦੀ ਇਹ ਨਵੀਂ ਸਰਕਾਰ ਆਈ ਆ ਇਹਨਾਂ ਨੇ ਪਾਣੀ ਦਿੱਲੀ ਨੂੰ ਪਾਣੀ ਦੇਣ ਦਾ ਸ਼ੇਅਰ ਵਧਾਤਾ, ਪਰ ਇਹਨਾਂ ਦੇ ਚੀਫ ਇੰਜੀਨੀਅਰ ਨੇ ਭਾਖੜਾ ਵਾਲੇ ਨੇ ਡਿਨਾਈ ਕੀਤਾ ਹੈਗਾ, ਪਰ ਕੋਈ ਅਥੈਂਟਿਕਲੀ ਕਹਿ ਨਹੀਂ ਸਕਦੇ। ਮੇਰੇ ਕੋਲੇ ਵੀ ਕੋਈ ਅਥੈਂਟਿਕ ਇਸ ਬਾਰੇ ਫਿਗਰ ਨਹੀਂ, ਪਰ ਸੋਸ਼ਲ ਮੀਡੀਆ ਤੇ ਇਹਦੀ ਚਰਚਾ ਹੈਗੀ ਆ ਕਿ ਪਾਣੀ ਦਾ ਜਿਹੜਾ ਜਾ ਰਿਹਾ ਦਿੱਲੀ ਨੂੰ, ਜਦ ਦੀ ਸਰਕਾਰ ਆਈ ਆ ਇਹਨਾਂ ਨੇ ਪਾਣੀ ਦੀ ਮਿਕਦਾਰ ਵਧਾਈ। ਜੀ ਗਿੱਲ ਸਾਹਿਬ, ਬਹੁਤ ਧੰਨਵਾਦ, ਤੁਸੀਂ ਜੁੜੇ ਹੋ ਅੱਜ। ਤੇ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਦੱਸਿਓ ਕਿ ਜਿਹੜੇ ਪੜ੍ਹੇ ਲਿਖੇ ਸਿੱਖ ਨੇ ਉਹਨਾਂ ਨੂੰ ਕੀ ਪੜ੍ਹਨਾ ਚਾਹੀਦਾ ਤੇ ਕਿਹੋ ਜਿਹੀਆਂ ਕਿਤਾਬਾਂ ਜਿਹੜੀਆਂ ਉਹ ਪੜ੍ਹਨ, ਥੋੜਾ ਜਿਹਾ ਅੱਖਾਂ ਖੁੱਲਣ ਤੇ ਸੱਚ ਉਗੜ ਕੇ ਸਾਹਮਣੇ ਆਵੇ। ਇੱਕ ਨਾ ਜੈਪਨੀਜ਼ ਰਾਈਟਰ ਆ ਫਕੂਦਾ, ਉਹਨੇ ਬੁੱਕ ਲਿਖੀ ਸੀ, ਹੁਣ ਤਾਂ ਹੈ ਤਾਂ ਵੈਸੇ ਫੂਡ ਬਾਰੇ ਹੈਗੀ, ਫੂਡ ਦੀ ਮਤਲਬ ਕਿ ਟੈਕਨੋਲੋਜੀ ਨਾਲ ਸੰਬੰਧਿਤ ਐਗਰੀਕਲਚਰ ਦੀ। ਉਹਦਾ ਮੈਂ ਸਿਰਫ ਇੱਕ ਹੈਡਿੰਗ ਹੀ ਦੱਸਣਾ ਚਾਹੁੰਦਾ ਵੀ ਵਨ ਸਟ੍ਰॉ ਰੈਵੋਲੂਸ਼ਨ। ਆਪਾਂ ਨੂੰ ਤਿਨਕਾ ਜੋੜ ਕੇ ਸੋਚ ਇਕੱਤਰ ਕਰਨੀ ਚਾਹੀਦੀ ਆ। ਬੰਦੇ ਜ਼ਰੂਰ ਹੈਗੇ ਆ ਪਰ ਉਹ ਪਛਾਣੇ ਨਹੀਂ ਜਾ ਰਹੇ। ਹਾਂ, ਵੱਡੀ ਗੱਲ ਆ। ਇੱਕ ਇਹ ਆ ਕਿ ਚੰਗੇ ਬੰਦੇ ਵੀ ਨਹੀਂ ਪਛਾਣੇ ਜਾਂਦੇ ਤੇ ਸਾਡੀ ਪਤਾ ਨਹੀਂ ਮਾਨਸਿਕਤਾ ਇਹੋ ਜਿਹੀ ਵੀ ਕਿਉਂ ਬਣ ਗਈ ਕਿ ਸਾਡੇ ਵਿਰੋਧੀ ਤੇ ਗਦਾਰ ਵੀ ਨਹੀਂ ਦੇਖੇ ਜਾਂਦੇ। ਨਜ਼ਰੀਆ ਸਾਡਾ ਪਤਾ ਨਹੀਂ ਕਿਉਂ ਇਹੋ ਜਿਹਾ ਹੋ ਜਾਂਦਾ ਹੈ। ਲੈਕ ਆਫ ਐਜੂਕੇਸ਼ਨ। ਐਜੂਕੇਸ਼ਨ ਪੰਜਾਬ ਦੀ ਇਕੱਲੀ ਵਰਦੀਆਂ ਬਾਰੇ ਜਾਂ ਫੀਸਾਂ ਬਾਰੇ ਸੋਚ ਕੇ ਨਹੀਂ ਹੋਣੀ। ਇਹ ਪਰਸੈਪਸ਼ਨਸ ਜਿਹੜੀਆਂ ਨੇ, ਰੋਂਗ ਪਰਸੈਪਸ਼ਨਸ ਕ੍ਰੀਏਟ ਕਰ ਰਹੀ ਆ ਗਵਰਨਮੈਂਟ ਜਿਹੜੀ ਪ੍ਰੈਜ਼ੈਂਟ ਹੈਗੀ ਆ। ਇੱਦਾਂ ਦੀ ਗਿਮਿਕਸ ਨਾਲ, ਮਤਲਬ ਕਿ ਟੋਟਕੇ ਬਾਜੀ ਨਾਲ ਪੰਜਾਬ ਦੇ ਜਿਹੜੇ ਦੁੱਖ ਆ ਜਾਂ ਪੰਜਾਬ ਦੀ ਜਿਹੜੇ ਕ੍ਰਾਈਸਿਸ ਨੇ ਉਹ ਹੱਲ ਨਹੀਂ ਹੋਣੇ। ਹਾਂ, ਡੰਗ ਟਪਾਊ ਤਰੀਕੇ ਚੱਲ ਸਕਦੇ ਆ, ਪਰ ਜੇ ਹੁਣ ਆਪਾਂ ਦੇਖੀਏ ਫਾਈਨੈਂਸ਼ੀਅਲੀ ਜਾਂ ਹੋਰ ਪਾਸੇ ਵੱਲ ਦੇਖੀਏ, ਐਜੂਕੇਸ਼ਨ ਲੈਵਲ ਦੇਖੀਏ ਸਕੂਲਾਂ ਦਾ, 5ਵੀਂ ਕਲਾਸ ਦਾ ਬੱਚਾ ਪਹਿਲੀ ਦੀ ਕਿਤਾਬ ਨਹੀਂ ਪੜ੍ਹ ਸਕਦਾ। ਮਤਲਬ ਕਿ ਜਦੋਂ ਇੱਦਾਂ ਦੇ ਮਿਆਰ 'ਤੇ ਆ ਚੁੱਕੀ ਆਪਣੀ ਐਜੂਕੇਸ਼ਨ, ਪ੍ਰਾਈਵੇਟਾਈਜੇਸ਼ਨ ਹੋਊਗੀ, ਐਜੂਕੇਸ਼ਨ ਦੀ ਹੋਣੀ ਚਾਹੀਦੀ ਆ, ਪਰ ਦੈਟ ਡਜ਼ਨਟ ਮੀਨ ਐਟ ਦੀ ਕੋਸਟ ਆਫ ਜਿਹੜੀ ਪਬਲਿਕ ਫੰਡਡ ਐਜੂਕੇਸ਼ਨ। ਬਹੁਤ ਮਿਹਰਬਾਨੀ ਗਿੱਲ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ, ਸਤਿ ਸ਼੍ਰੀ ਅਕਾਲ। ਇਹ ਸੀ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ, ਇਹਨਾਂ ਦੇ ਨਾਲ ਗੱਲਬਾਤ ਆਪਾਂ ਕਰ ਰਹੇ ਸੀ। ਅਗਲੇ ਹਫ਼ਤੇ ਫੇਰ ਰਣਜੀਤ ਸਿੰਘ ਕੁੱਕੀ ਗਿੱਲ ਹੋਰਾਂ ਦੇ ਨਾਲ ਅਸੀਂ ਜੁੜਾਂਗੇ ਇਸੇ ਪਲੇਟਫਾਰਮ ਤੇ। ਆਹੀ ਟਾਈਮ ਹੋਊਗਾ, ਇੰਡੀਆ ਦੇ 7:30 ਵੱਜਣਗੇ ਤੇ ਬਾਕੀ ਮੁਲਕਾਂ ਦਾ ਸਮਾਂ ਆਪੋ ਆਪਣਾ ਹੋਊਗਾ। ਸੋ ਜੇ ਸਾਡੀ ਗੱਲਬਾਤ ਤੁਹਾਨੂੰ ਚੰਗੀ ਲੱਗੇ, ਜ਼ਰੂਰ ਸੁਝਾਅ ਦੇ ਕੇ ਸਾਨੂੰ ਦੱਸਦੇ ਰਹੋ ਕਿ ਇਹਦੇ 'ਚ ਹੋਰ ਕੀ ਵਧੀਆ ਕਰ ਸਕਦੇ ਹਾਂ। ਤੇ ਨਾਲ ਜੇ ਸੱਚਮੁੱਚ ਵਧੀਆ ਲੱਗਦੇ ਤੁਸੀਂ ਇਹਨੂੰ ਸ਼ੇਅਰ ਕਮੈਂਟ ਕਰਕੇ ਅੱਗੇ ਦੀ ਅੱਗੇ ਭੇਜ ਵੀ ਸਕਦੇ ਹੋ। ਇਹਦੇ ਨਾਲ ਸਾਨੂੰ ਵੀ ਪਤਾ ਲੱਗੂ ਕਿ ਜੋ ਅਸੀਂ ਇੱਥੋਂ ਯਤਨ ਕਰਦੇ ਹਾਂ ਤੁਸੀਂ ਵੀ ਸਾਡਾ ਸਹਿਯੋਗ ਦਿੰਦੇ ਹੋ ਜਾਂ ਫਿਰ ਇਕੱਲੀ ਬੱਲੇ ਬੱਲੇ ਕਰਦੇ ਹੋ। ਬਹੁਤ ਧੰਨਵਾਦ। ਅਸੀਂ ਫਿਰ ਮਿਲਦੇ ਹਾਂ ਜੀ। ਰੱਬ ਰਾਖਾ, ਇਨਸਾਨੀਅਤ ਜਿੰਦਾਬਾਦ।